ਅਸਤਰ ਛੋਰਾ ਪੁਨ ਦਾਨਵ ਭੀਜ ਗਏ ਜੇ ਤੇ ਸਭ ਮਾਨਵ। ਇਹਨਾਂ ਨੇ ਮੇਘ ਅਸਤਰ ਛੱਡਿਆ। ਮੇਘ ਅਸਤਰ ਕੀ ਸੀ? ਮੇਘ ਅਸਤਰ ਅਸਲ ਦੇ ਵਿੱਚ ਜਦੋਂ ਪੰਡਤ ਨੇ ਬਾਟ ਪਾੜੀ ਹੈ ਨਾ, ਉਹ ਸਾਰਾ ਹੀ ਜੋ ਉਹਨੇ ਸਿਮਰਤ ਸ਼ਾਸਤਰ ਬਣਾਏ ਨੇ, ਝੂਠੀਆਂ ਸਾਖੀਆਂ ਧਰਮ ਨਾਲ ਜੋੜੀਆਂ ਨੇ, ਭਗਤਾਂ ਨਾਲ ਜੋੜੀਆਂ ਨੇ, ਗੁਰੂ ਨਾਨਕ ਨਾਲ ਜੋੜੀਆਂ ਨੇ, ਸਿੱਧਾਂ ਨਾਲ ਜਿਹੜੀ ਗੱਲਬਾਤ ਹੈ ਉਹ ਕੁਝ ਗੱਲ ਹੋਰ ਹੈ, ਸਾਖੀਆਂ ਹੋਰ ਜੋੜੀਆਂ ਨੇ। ਉਹਦੇ ਵਿੱਚ ਹੀ ਹੈ ਵੀ ਉਹਨੂੰ ਭੇਡੂ ਬਣਾਤਾ ਗੁਰੂ ਨਾਨਕ ਨੇ, ਮਰਦਾਨੇ ਨੂੰ ਗੁਰੂ ਨਾਨਕ ਨੇ ਵਧੀਆਂ ਬਣਾਤੀਆਂ, ਲੋਕ ਬੜਾ ਖੁਸ਼ ਹੁੰਦੇ ਸੀ। ਇਹ ਜਿਹੜਾ ਸਾਰਾ ਗਿਆਨ ਸੀ ਨਾ, ਕੂੜ ਗਿਆਨ, ਇਹੀ ਲੋਕਾਂ ਵਾਸਤੇ ਗਿਆਨ ਸੀ। ਇਹ ਮੇਘ ਅਸਤਰ ਛੱਡਿਆ ਸੀ ਉਹਨਾਂ ਨੇ, ਦਾਨਵਾਂ ਨੇ। ਜਦੋਂ ਸੱਚ ਪ੍ਰਗਟ ਹੁੰਦਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਪੈਂਦਾ। ਜਦੋਂ ਇਹਦਾ ਵਿਰੋਧ ਹੁੰਦਾ ਮੇਘ ਅਸਤਰ ਦਾ, ਲੋਕ ਭੜਕ ਜਾਂਦੇ ਨੇ। ਜਿਵੇਂ ਪ੍ਰਚਾਰ ਕਰਤਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੇਜ਼ ਦਿੱਤੀ। ਪੋਥੀ ਤਾਂ ਪਰਮੇਸ਼ਰ ਹੈ, ਪਹਿਲਾਂ ਹੀ ਪਰਮੇਸ਼ਰ ਦਾ ਥਾਨ ਹੈ। ਹੁਣ ਲੋਕਾਂ ਨੂੰ ਇਹ ਸਮਝ ਨਹੀਂ ਵੀ ਗੁਰਿਆਈ ਦੇ ਕੇ ਇਹਦੀ ਪੋਜੀਸ਼ਨ ਘਟਾਉਂਦੇ ਨੇ ਕਿ ਵਧਾਉਂਦੇ ਨੇ। ਉਹਨਾਂ ਦੇ ਭਾਵੇਂ ਵੀ ਪੋਥੀ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ ਫਿਰ ਜੇ ਗੁਰਿਆਈ ਨਾ ਦਿੰਦੇ। ਉਹਨਾਂ ਨੂੰ ਇਹ ਨਹੀਂ ਗਿਆਨ ਹੈਗਾ ਵੀ ਪਰਮੇਸ਼ਰ ਤਾਂ ਵੱਡਾ ਹੈ। ਇਹ ਤਾਂ ਹੁਕਮ ਹੈ ਪਰਮੇਸ਼ਰ ਦਾ। ਹਾਕਮ ਔਰ ਹੁਕਮ ਦੋ ਹੁੰਦੇ ਹੀ ਨਹੀਂ। ਹਾਕਮ ਔਰ ਹੁਕਮ, ਅਸਲ 'ਚ ਹੁਕਮ ਨਾਲੇ ਹਾਕਮ ਦੀ ਪਾਵਰ ਹੈ। ਜੇ ਹਾਕਮ ਦੇ ਹੁਕਮ ਨੂੰ ਨਹੀਂ ਕੋਈ ਪੁੱਛਦਾ ਤਾਂ ਹਾਕਮ ਨੂੰ ਨਹੀਂ ਕੋਈ ਪੁੱਛਦਾ। ਜੇ ਹੁਕਮ ਦੀ ਕਦਰ ਨਹੀਂ ਤਾਂ ਹਾਕਮ ਦੀ ਕਦਰ ਨਹੀਂ ਹੈ। ਜੇ ਗੁਰਬਾਣੀ ਦੀ ਕਦਰ ਨਹੀਂ ਤਾਂ ਪਰਮੇਸ਼ਰ ਦੀ ਉਹ ਕਦਰ ਨਹੀਂ ਸਾਡੇ ਅੰਦਰ। ਗੁਰਬਾਣੀ ਦਾ ਕੁਝ ਨਹੀਂ ਵਿਗੜਦਾ ਹੈ, ਗ੍ਰੰਥ ਦਾ ਕੁਝ ਨਹੀਂ ਵਿਗੜਦਾ, ਵਿਗੜਦਾ ਸਾਰਾ ਪਰਮੇਸ਼ਰ ਦਾ। ਜੇ ਰਾਜੇ ਦੇ ਹੁਕਮ ਦੀ ਕਦਰ ਨਹੀਂ ਤਾਂ ਮਤਲਬ ਉਹਦਾ ਰਾਜ ਗਿਆ। ਇਹ ਬਰੀਕੀ ਨੂੰ ਆਮ ਲੋਕ ਨਹੀਂ ਸਮਝਦੇ ਹਨ। ਉਹਦਾ ਨਾਨਕ ਨੂੰ ਦੇਖਣਾ ਚਾਹੁੰਦੇ ਨੇ, ਨਾਨਕ ਦੀ ਜੋਤ ਦੇਖ ਰਹੇ ਨੇ। ਦਰਸ਼ਨ ਕਰ ਲਓ ਜੀ 10 ਗੁਰੂਆਂ ਦੇ ਵਿੱਚੋਂ। ਭਗਤ ਛੱਡਤੇ, ਭਗਤਾਂ ਦੇ ਦਰਸ਼ਨ ਨਹੀਂ ਹੋਣੇ, ਜਾਹੇ ਬਾਣੀ ਉਹਨਾਂ ਦੀ ਹੈਗੀ ਹੈ। ਇਹੋ ਜਿਹਾ ਜਿਹੜਾ ਕੁਛ ਕੂੜ ਗਿਆਨ ਹੈ ਨਾ, ਇਹੀ ਮੇਘ ਹੁੰਦਾ ਇਹਨਾਂ ਦਾ। ਜੇ ਇਹਦਾ ਵਿਰੋਧ ਜਰਾ ਹੋ ਜਾਏ ਭੜਕਾ ਦਿੰਦੇ ਨੇ ਲੋਕਾਂ ਨੂੰ। ਇਹ ਉਹ ਭੜਕਾਹਟ ਹੈ ਅਗਰ ਅਸਤਰ ਹੈ। ਉਹ ਜਿਹੜੀ ਭੜਕਾਹਟ ਹੈ, ਇਸ ਕਿਸਮ ਦੀ ਭੜਕਾਹਟ ਵੀ ਅਗਰ ਅਸਤਰ ਹੈ। ਉਹ ਇਸੇ ਗੱਲ ਦਾ ਉਹਨਾਂ ਨੇ ਦੇਖੋ ਨਾ ਕਿੱਡਾ ਵੰਡਰ ਖੜਾ ਕਰਤਾ ਸੀ। ਇਹ ਕਹਿੰਦੇ ਨੇ ਜੀ ਗੁਰਿਆਈ ਨਹੀਂ ਦਿੱਤੀ। ਉਹ ਭਾਈ ਗੁਰਿਆਈ ਚੇਲੇ ਨੂੰ ਦੇਈਦੀ ਹੈ, ਕੋਈ ਗੁਰੂ ਨੂੰ ਦੇਈਦੀ ਹੈ। ਜਿਹੜੀ ਬਾਣੀ ਪਹਿਲਾਂ ਹੀ ਗੁਰੂ ਹੈ ਉਹਨੂੰ ਗੁਰਿਆਈ ਕਿਵੇਂ ਦੇ ਦੂੰਗੇ? ਇਹ ਵਿਅਕਤੀ ਤਾਂ ਗੁਰੂ ਹੁੰਦਾ ਹੀ ਨਹੀਂ। ਵਿਅਕਤੀ ਤਾਂ ਗੁਰਦੇਵ ਹੈ ਜ਼ਿਆਦਾ ਜ਼ਿਆਦਾ, ਇਹ ਸਤਿਗੁਰ ਹੈ। ਵਿਅਕਤੀ ਵਾਸਤੇ ਤਾਂ ਸਤਿਗੁਰ ਗੁਰਦੇਵ ਗੁਰ ਹੈ, ਇੱਕ ਓਂਕਾਰ ਹੈ। ਰਾਰੇ ਨੂੰ ਦੋ ਨਹੀਂ ਹੋ ਸਕਦੇ, ਦੋ ਵਾਲਾ ਪਰਮੇਸ਼ਰ ਹੀ ਹੈ। ਇਹ ਗੱਲ ਦੀ ਸਮਝ ਨਹੀਂ ਹੈ ਲੋਕਾਂ ਨੂੰ, ਪ੍ਰਚਾਰਿਆ ਹੋਇਆ ਨਹੀਂ ਜਾਣ ਕੇ। ਅਸਲ 'ਚ ਬਾਹਮਣ ਗੁਰੂ ਹੈ ਜਗਤ ਕਾ ਸੀ ਨਾ, ਆਪ ਗੁਰੂ ਬਣੇ। ਤੇ ਵੀ ਜੇ ਨਾਨਕ ਨੂੰ ਗੁਰੂ ਬਣਾ ਦਈਏ ਸਾਡੀ ਗੁਰਿਆਈ ਨੂੰ ਖਤਰਾ ਹੀ ਨਹੀਂ। ਫਿਰ ਬਾਹਮਣ ਗੁਰੂ, ਗੋਰਖਨਾਥ ਗੁਰੂ, ਦੋਏ ਗੁਰੂ ਤੇ ਦੋਹਾਂ ਦੀ ਗੁਰੂ ਗੁਰਿਆਈ ਜਾਂਦੀ ਹੈ। ਜਦ ਦੋਹਾਂ ਦੀ ਕੁਰਸੀ ਜਾਂਦੀ ਹੈ, ਜਦ ਉਹਨਾਂ ਨੇ ਕਿਹਾ ਨਾਨਕ ਨੂੰ ਗੁਰੂ ਬਣਾਓ। ਹੁਣ ਇਹ ਵਿਅਕਤੀ ਗੁਰੂ ਦੀ ਮੁਖਾਲਫਤ ਕਰਨੀ ਬੰਦ ਕਰੋ ਸਿੱਖਾਂ ਤੇ। ਉਹਨਾਂ ਨੇ ਕਰਾਤੀ। ਇਹਨਾਂ ਨੂੰ ਕੌਣ ਸਮਝਾਵੇ ਹੁਣ ਮੂਰਖਾਂ ਨੂੰ? ਜਿਹੜੇ ਗੁਰੂ ਨੂੰ ਛੱਡੀ ਫਿਰਦੇ ਨੇ, ਪਰਮੇਸ਼ਰ ਨੂੰ ਛੱਡਤਾ ਜਿਨ੍ਹਾਂ ਨੇ। ਪਰਮੇਸ਼ਰ ਛੱਡਤਾ, ਅਸਲੀ ਗੁਰੂ ਛੱਡਤਾ, ਨਕਲੀ ਗੁਰੂ ਬਣਾ ਲਿਆ। ਨਾਨਕ ਜਿਹੜਾ ਦਾਸ ਹੈ ਉਹਨੂੰ ਗੁਰੂ ਬਣਾ ਲਿਆ। ਜਿਹੜਾ ਪਰਮੇਸ਼ਰ ਹੈ ਗੁਰੂ ਸਭ ਦਾ, ਉਹ ਛੱਡਤਾ, ਛੜਾਤਾ ਬੜੀ ਸ਼ਰਾਰਤ ਨਾਲ। ਹੁਣ ਗੁਰੂ ਵਾਹਿਗੁਰੂ ਛੱਡ ਕੇ, ਗੁਰੂ ਛੱਡ ਕੇ ਅਸਲੀ ਵਿਅਕਤੀ ਦੇ ਅੱਗੇ ਅਰਦਾਸ ਕਰਦੇ ਨੇ। ਜਿੱਥੇ ਵੀ ਗੁਰਦੁਆਰੇ ਕਰਦੇ ਨੇ, ਚਾਹੇ ਅੰਮ੍ਰਿਤਸਰ ਕਰਦੇ ਨੇ,
ਜੇ ਉੱਥੇ ਕਰਨਗੇ ਦਿੱਲੀ ਗੁਰੂ ਤੇਗ ਬਹਾਦਰ ਅੱਗੇ ਕਰਨਗੇ ਅਰਦਾਸ, ਵਿਅਕਤੀ ਅੱਗੇ ਅਰਦਾਸ ਹੈ, ਪਰਮੇਸ਼ਰ ਅੱਗੇ ਅਰਦਾਸ ਹੈ ਬੰਦ ਕਰਤੀ, ਕਿਉਂਕਿ ਉਹਨਾਂ ਨੇ ਮੂਰਤੀ ਵਾਂਗੂ ਮੂਰਤੀ ਪੂਜਾ ਬਣਾਤੀ, ਇਹਨੂੰ ਵਿਅਕਤੀ ਪੂਜਾ ਬਣਾਤੀ। ਇਹ ਮੇਘ ਅਸਤਰ ਹੈ ਉਹਨਾਂ ਦਾ, ਉਹਨਾਂ ਦਾ ਆਪਣਾ ਮੇਘ ਅਸਤਰ ਹੈ। ਮੇਘ ਅਸਤਰ ਛੋਟਾ ਜਿਹਾ ਵਿਧਾਨ ਉਹਨਾਂ ਨੇ ਛੱਡਿਆ ਹੈ ਮੇਘ ਅਸਤਰ। ਇਹਦੀ ਵਿਰੋਧਤਾ ਕਰੋਗੇ ਤੁਹਾਡੇ ਸਿੱਖ ਹੀ ਤੁਹਾਡੇ ਗੱਲ ਪੈਣਗੇ। ਹੁਣ ਪਾਵਨ ਨੂੰ ਨਹੀਂ ਲੋੜ ਤੁਹਾਡੇ ਗੱਲ ਪੈਣ ਦੀ, ਤੁਹਾਡੇ ਘਰੇ ਹੀ ਪੈਦਾ ਕਰਤੇ ਸੱਪ ਠੂਹੇ, ਇਹ ਪੈਦਾ ਕੀਤੇ ਹੋਏ ਨੇ, ਇਹ ਸੱਪ ਠੂਹੇ ਨੇ ਜਿਹੜੇ ਪੈਦਾ ਕਰਤੇ ਮੇਘ ਅਸਤਰ ਨੇ। ਜਦ ਤੁਸੀਂ ਕੁਝ ਕਹੋਗੇ ਜਦੇ ਭੱਜਣਗੇ, ਤੁਹਾਡੇ ਖਿਲਾਫ ਖੜੇ ਹੋ ਜਾਣਗੇ। ਬੇਰੀ ਦੇ ਖਿਲਾਫ ਬੋਲਾਂਗੇ ਤਾਂ ਬੋਲਣ ਰੌਲਾ ਪਾਉਣਗੇ। ਹਾਂ, ਰਹਿਤ ਮਰਿਆਦਾ, ਤੜਕੇ 2 ਵਜੇ ਉੱਠਣਾ, ਦੇਖ ਧੱਕਾ ਮੁੱਕੀ ਪਾਲਕੀ ਨੂੰ ਕਿਵੇਂ ਹੁੰਦੀ ਹੈ, ਉਹ ਸਾਰਾ ਜਿਹੜਾ ਕੁਝ ਕਰਮਕਾਂਡ ਹੈ ਤੁਹਾਡੇ ਘਰ ਵਾੜਤਾ ਉਹਨਾਂ ਨੇ। ਉਹ ਜਿਹੜਾ ਪੱਲਾ ਸੀ ਗਿਆਨ ਦਾ ਉਹ ਛਡਾਤਾ, ਉਹ ਕਰ ਗਏ ਸ਼ਰਾਰਤ ਆਪਣੀ। ਹੁਣ ਤੁਸੀਂ ਲੜੀ ਜਾਓ ਮਰੀ ਜਾਓ, ਗੋਲ ਕਬਾੜਤੀ ਪੱਗਾਂ ਇੱਕ ਦੂਜੇ ਦੀਆਂ ਲਾਈ ਜਾਓ, ਬੇਰੀ ਤੁਹਾਡੇ ਘਰ ਹੈ। ਜੇ ਪਿੱਪਲ ਪੂਜਦੇ ਤੁਸੀਂ ਬੇਰੀ ਪੂਜਦੇ ਹੋ, ਕਹੋ ਕਿ ਮੈਂ ਕਹੋ ਵੀ ਪਿੱਪਲ ਕਿਉਂ ਪੂਜਦੇ ਹੋ, ਦਰਖਤਾਂ ਨੂੰ ਉਹ ਪੂਜਦੇ, ਦਰਖਤ ਤੁਹਾਨੂੰ ਪੂਜਣ ਲਾਤਾ, ਕੱਖ ਵੀ ਨਹੀਂ ਛੱਡਿਆ। ਔਰ ਤੁਸੀਂ ਬੇਰੀ ਪੂਜਣ ਲਾਇਆ ਜਿਹਨੂੰ ਕੋਈ ਘਰ ਦੇ ਵਿੱਚ ਨਹੀਂ ਵਾੜਦਾ, ਜਿਹਦੀ ਨਿੰਦਿਆ ਬੜੇ ਬੜੇ ਪਿਛਲੇ ਜ਼ਮਾਨੇ 'ਚ ਬੇਰੀ ਦੀ ਬਹੁਤ ਨਿੰਦਿਆ, ਵੀ ਬੇਰੀ ਨਹੀਂ ਰੱਖੀ ਦੀ ਹੁੰਦੀ ਘਰ ਦੇ ਨੇੜੇ, ਪੱਗ ਲਾ ਦਿੰਦੀ ਹੈ। ਤੂੰ ਥੋੜੇ ਆਲੇ ਦੁਆਲੇ ਬੇਰੀਆਂ ਹੀ ਬੇਰੀਆਂ ਨੇ, ਆਲੇ ਦੁਆਲੇ ਬੇਰੀਆਂ ਬੇਰੀਆਂ ਨੇ ਪ੍ਰਕਰਮਾਂ ਦੇ, ਪੱਗ ਰਹੂਗੀ ਕਿਹਦੇ ਸਿਰ ਤੇ ਤੁਹਾਡੇ? ਇਹ ਗੱਲਾਂ ਨੇ, ਇਹ ਅਸਤਰ ਨੇ ਉਹਨਾਂ ਦੇ ਛੱਡੇ ਹੋਏ। ਹਾਂਜੀ, ਇਹ ਜਿਹੜਾ ਇਹ 10 ਗ੍ਰੰਥ ਹੈ ਹਿੰਦੂਆਂ ਦਾ, ਤਾਂ ਹੈ ਆ ਪੜਾਇਆ ਤੁਹਾਨੂੰ ਵੀ ਆਹ ਕੁਛ ਪਿੱਛੇ ਕਰਦੇ ਆਏ ਨੇ। ਜੇ ਇਹ ਨਾ ਹੋਵੇ ਸਾਨੂੰ ਕੋਈ ਪਤਾ ਲੱਗੂ ਅਸਰ ਛੱਡਿਆ ਉਹਨਾਂ ਦਾ। ਇਹੀ ਪੜਨ ਦੇ ਖਿਲਾਫ ਨੇ, ਜੇ ਇਸੇ ਦੇ ਖਿਲਾਫ ਕਰਦਾ ਵੀ ਜੇ ਇਹ ਪੜਿਆ ਤਾਂ ਸਾਡੀ ਚੋਰੀ ਫੜੀ ਜਾਊਗੀ। ਜੇ ਪੂਰੀ ਪੜ੍ਹਾਈ ਅਸੀਂ ਪੜ੍ਹੇ ਹੋਏ ਨਹੀਂ ਤਾਂ ਉਹਨਾਂ ਤੇ ਕਾਬੂ ਨਹੀਂ ਪਾ ਸਕਦੇ। ਜਿਹੜੇ ਸਾਡੇ ਖਿਲਾਫ ਨੇ ਉਹ ਵੇਦਾਂ ਦੇ ਆਚਾਰੀਆ ਨੇ ਸਾਰੇ, ਜਿਨ੍ਹਾਂ ਨੇ ਸਾਨੂੰ ਸਾਡੀ ਸਿੱਖੀ ਨੂੰ ਉਲਟੇ ਰਾਹ ਪਾਇਆ ਹੋਇਆ। ਉਹਨਾਂ ਨੂੰ ਜ਼ਿਆਦਾ ਸਾਨੂੰ ਨੌਲੇਜ ਚਾਹੀਦੀ ਹੈ, ਜ਼ਿਆਦਾ ਗ੍ਰੰਥ ਡੀਪਲੀ ਪੜ੍ਹਨੇ ਚਾਹੀਦੇ ਨੇ ਸਾਰੇ, ਤਾਂ ਕਿਤੇ ਉਹਨਾਂ ਨੂੰ ਕਾਬੂ ਕਰ ਸਕਦੇ ਹਾਂ ਅਸੀਂ। ਇਹਦਾ ਬਸ 5 ਬਾਣੀਆਂ ਦੀ ਨਿਤਨੇਮ ਕਰੀ ਜਾਓ ਬਸ। ਤੁਹਾਨੂੰ ਕਿਹਦੇ ਪੱਲੇ ਆ ਕੁਛ ਗੁਰਬਾਣੀ ਦਾ? ਇੱਕ ਅੱਖਰ ਨਹੀਂ ਕਿਸੇ ਦੇ ਪੱਲੇ ਕੁਛ ਵੀ। ਇਹਨਾਂ ਨੂੰ ਵੀ ਬੇਵਕੂਫੇ ਚਾਹੀਦੇ ਨੇ, ਗੋਲਕ ਵਾਲਿਆਂ ਨੂੰ ਬੇਵਕੂਫੇ ਚਾਹੀਦੇ ਨੇ, ਰਾਜ ਕਰੇਗਾ ਖਾਲਸਾ ਵਾਲਿਆਂ ਨੂੰ ਬੇਵਕੂਫ ਚਾਹੀਦੇ ਨੇ। ਜਦੋਂ ਮਰਜ਼ੀ ਗਰਮ ਕਰ ਲਓ, ਉਹ ਆਪਣਾ ਉਦੋਂ ਇਹਨਾਂ ਨੂੰ ਮਰਵਾ ਲਓ, ਜੜ੍ਹਾਂ 'ਚ ਭੇਜ ਲਓ, ਜਿੰਦਾਬਾਦ ਮੁਰਦਾਬਾਦ ਕਰ ਲਓ, ਨੁਕਸਾਨ ਇਹਨਾਂ ਦਾ, ਆਪ ਕੁਰਸੀਆਂ ਲੈ ਲਓ, ਬਾਅਦ ਚੁੱਪ ਕਰ ਜਾਓ। ਇਹੋ ਜਿਹੇ ਨੂੰ ਚਾਹੀਦੇ ਸੀ, ਉਹ ਜਿਹੇ ਹੈਗੇ ਨੇ। ਇਦੋਂ ਗਾਹਾਂ ਦਾ ਗਿਆਨ ਨਹੀਂ ਇਹਨਾਂ ਨੇ ਦੇਣਾ ਹੈ। ਫਿਰ ਤਾਂ ਚੋਰ ਹੈ, ਚੋਰ ਇਹ ਆਪ ਚੋਰ ਸਾਬਤ ਹੋ ਜਾਣਗੇ, ਚੋਰ ਨੇ। ਫਿਰ ਲੀਡਰ ਨਹੀਂ ਰਹਿਣੇ, ਫਿਰ ਚੋਰ ਬਣ ਜਾਣਗੇ। ਮੂਰਖਾਂ ਦੇ ਕੋਹਰਾਂ ਦੇ ਲੀਡਰ ਚੋਰ ਹਰਾਮਖੋਰ ਹੁੰਦੇ ਨੇ, ਗੁਰਬਾਣੀ ਮੰਨਦੀ ਹੈ। ਜਿਹੜੇ ਮੂਰਖਾਂ ਦੇ ਕੋਰ ਬਣਾਉਂਦੇ ਨੇ, ਪੈਦਾ ਕਰਦੇ ਨੇ, ਧਰਮ ਦੇ ਮੂਹਰੇ ਹੋ ਕੇ, ਇੱਕ ਧਰਮ ਦੇ ਆਗੂ ਬਣ ਕੇ, ਜਿਹੜੇ ਪਿਛਲਿਆਂ ਨੂੰ ਮੂਰਖਾਂ ਦੇ ਕੋਰੇ ਰੱਖਣਾ ਚਾਹੁੰਦੇ ਨੇ, ਗਿਆਨ ਦੇਣਾ ਹੀ ਨਹੀਂ ਚਾਹੁੰਦੇ, ਉਹ ਚੋਰ ਹਰਾਮਖੋਰ ਹੁੰਦੇ ਨੇ। ਉਹ ਨਹੀਂ ਚਾਹੁੰਦੇ ਗਿਆਨ ਹੋ ਜਾਏ ਇਹਨਾਂ ਨੂੰ। ਜੇ ਗਿਆਨ ਹੋਊ ਫਿਰ ਉਹਨਾਂ ਨੇ ਪਿੱਛੇ ਨਹੀਂ ਲੱਗਣਾ। ਉਹਨਾਂ ਦੀਆਂ ਕਰਤੂਤਾਂ ਸਾਰੀਆਂ ਪਹਿਲਾਂ ਹੀ ਦੇਖ ਲੈਣਗੇ ਵੀ ਇਹ ਕਰਤੂਤਾਂ ਕੀ ਕਰਦੇ ਨੇ। ਹਾਲਾਂਕਿ ਪ੍ਰੈਕਟੀਕਲ ਜੋ ਕਰਤੂਤਾਂ ਦਾ ਪਤਾ ਲੱਗਿਆ ਹੁਣ ਪਬਲਿਕ ਨੂੰ, ਜੇ ਉਹ ਨਾ ਪਤਾ ਲੱਗੇ ਪ੍ਰੈਕਟੀਕਲ ਜੋ ਲੱਗ ਜਾਂਦਾ ਹੈ। ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ। ਹੁਣ ਤਾਂ ਕੂੜ ਖੋਟਾ ਸਾਬਤ ਹੋਇਆ ਸਮੇਂ ਨਾਲ। ਇਹ ਅਸਰ ਹੈ ਇਹਨਾਂ ਦਾ। ਹਾਂਜੀ, ਭੀਜ ਗਏ ਜੇ ਤੇ ਸਭ ਮਾਨਵ, ਸਾਰੇ ਮਾਨਵ ਭਿੱਜੇ ਨੇ। ਤੜਕੇ 2 ਵਜੇ ਤੇ ਉੱਠਦੇ ਨੇ, ਪਾਲਕੀ ਨੂੰ ਭੱਜ ਪੈਂਦੇ ਨੇ। ਜੇ ਭਿੱਜੇ ਹੋਏ ਨੇ ਤਾਂ ਜਾਂਦੇ ਨੇ ਲੋਕ ਉੱਥੇ 2 ਵਜੇ ਉੱਠ ਕੇ। ਮੰਨਦੇ ਨੇ ਉਹ ਲੋਕ ਸਾਰੇ, ਸਾਰਿਆਂ ਤੇ ਅਸਰ ਹੈ ਇਸ ਗੱਲ ਦਾ ਵੀ ਹਾਂ ਧਰਮ ਦਾ ਕੰਮ। ਸਾਰੇ ਲੋਕ ਇਹਨੂੰ ਧਰਮ ਮੰਨੀ ਬੈਠੇ ਨੇ।
ਬੰਨ ਕੇ ਰੱਖ ਲਏ ਉਹਦੇ ਨਾਲ, ਪਖੰਡਵਾਦ ਨਾਲ। ਗਿਆਨ ਦਾ ਇੱਕ ਭੋਰਾ ਨਹੀਂ ਹੈ। ਇਹ ਕਰਮਕਾਂਡ 'ਚ ਬੰਨ ਲਏ। ਕਰਮਕਾਂਡ ਦਾ ਅਸਤਰ ਹੈ ਸਾਰਾ। ਇਹ ਕਰਮਕਾਂਡ ਹੈ ਨਾ ਜਿਹੜਾ ਜਿਹਦੀ ਨਿੰਦਿਆ ਕਰਦੀ ਹੈ ਗੁਰਬਾਣੀ, ਉਹ ਅਸਤਰ ਇਹਨਾਂ ਤੇ ਚਲਾਇਆ। ਸੰਗਤ ਤੇ ਉਹ ਅਸਤਰ ਚਲਾ ਕੇ ਐਨ ਸ਼ਾਂਤ ਕਰੇ ਬੈਠੇ, ਸਭ ਮੰਨਦੇ ਨੇ ਵੀ ਹਾਂ ਇਹ ਧਰਮ ਹੈ। ਭਿੱਜੇ ਹੋਏ ਨੇ, ਭਿੱਜੇ ਨੇ। ਜੀ 2 ਵਜੇ ਉੱਠਦੇ ਨੇ ਸਾਰੇ। ਜੀ 2 ਵਜੇ ਉੱਠਣਾ ਸਿਖਾਲਾ, ਫਿਰ ਦੁੱਧ ਨਾਲ ਧੋਂਦੇ ਨੇ, ਫਿਰ ਉਹ ਕਰਦੇ ਨੇ, ਆਹ ਕਰਦੇ। ਇਹਨੂੰ ਧਰਮ ਮੰਨੀ ਬੈਠੇ ਨੇ। ਹਾਂਜੀ, ਬਾਏ ਅਸਤਰ ਲੈ ਕਾਲ ਚਲਾਇਓ। ਉਹਨੇ ਵਾਏ ਅਸਤਰ ਚਲਾਤਾ, ਵਾਹਿਗੁਰੂ ਦਾ ਪ੍ਰਚਾਰ ਕੀਤਾ, ਗੁਰਬਾਣੀ ਦਾ ਅਸਤਰ ਚਲਾਇਆ। ਮੂੰਹ ਕਾ ਕਿਹਾ ਜੋ ਵਾਓ ਹੈ ਨਾ, ਉਹਨੇ ਗੁਰਬਾਣੀ ਪੜ੍ਹੋ, ਜਾਂ ਗੁਰਬਾਣੀ ਪੜ੍ਹ ਕੇ ਸਮਝਾਈ। ਸਭ ਮੇਗਣ ਤਤਕਾਲ ਉਡਾਇਓ। ਉਹਨਾਂ ਦਾ ਸਾਰੇ ਪਖੰਡਵਾਦ ਜਿਹੜਾ ਉੱਡ ਗਿਆ, ਸਭ ਝੂਠਾ। ਸਭ ਇਹ ਤਾਂ ਗੁਰਬਾਣੀ ਤੋਂ ਖਿਲਾਫ ਹੈ, ਸਭ ਕੁਝ ਜੋ ਕਰਦੇ ਹੋ ਤੁਸੀਂ। ਉਹ ਸਾਰਾ ਕਰਮਕਾਂਡ ਹੈ ਗੁਰਬਾਣੀ ਤੋਂ ਖਿਲਾਫ ਸਾਬਤ ਕਰਤਾ। ਹੁਣ ਜ਼ਿਆਦਾ ਗੁਰਬਾਣੀ ਤੋਂ ਭੱਜਣ। ਉਹ ਪਾਲਕੀ ਦਾ ਗੁਰੂ ਗ੍ਰੰਥ ਸਾਹਿਬ ਲਈ ਜਾਂਦੇ ਹੋ, ਉਹਦਾ ਹੀ ਵਿਰੋਧ ਕਰ ਰਹੇ ਹੋ। ਜਿਹਨੂੰ ਲਈ ਜਾਂਦੇ ਹੋ, ਜੋ ਚ ਲਿਖਿਆ ਉਹਦਾ ਵਿਰੋਧ ਕਰ ਰਹੇ ਹੋ। ਉਹਦੇ ਵਾਸਤੇ ਸੋਨੇ ਦੀ ਪਾਲਕੀ ਬਣਾਈ ਹੋਈ ਹੈ। ਦੇਖਣ ਨੂੰ ਇੱਜ਼ਤ, ਉਹਦੇ ਕਰਕੇ ਹੀ ਉੱਠਦੇ ਹੋ, ਉਹਦੇ ਕਰਕੇ ਹੀ ਦੁੱਧ ਨਾਲ ਧੋਨੇ ਹੋ। ਉਹਦਾ ਪਹਿਲਾਂ ਵੀ ਘਿਓ ਜਿਹੜੇ ਜਾਲਦੇ ਤੇ ਅੱਗ 'ਚ, ਉਹ ਮਨਾ ਕੀਤਾ ਸੀ ਨਾ ਜਾਲੋ। ਉਹੀ ਦੁੱਧ ਤੁਸੀਂ ਚਾਹ 'ਚ ਪਾ ਦਿਓ, ਗਰੀਬਾਂ ਦੇ ਨਿਆਣਿਆਂ ਨੂੰ ਪਿਲਾ ਦਿਓ। ਫਰਜ਼ ਧੋਈ ਜਾਂਦੇ ਉਹਦੇ ਨਾਲ। ਚਾਹ ਦੇ ਦੁੱਧ ਨਹੀਂ ਪਾਉਣਾ, ਉੱਥੇ ਦੁੱਧ ਨਾਲ ਧੋ ਦੇਣਾ। ਕਿਹਨੇ ਕਿਹਾ ਸੀ ਤੁਹਾਨੂੰ ਇਹ ਕਰਨ ਨੂੰ? ਇਹ ਸਾਰਾ ਕੰਮ ਜਦ ਗੁਰਬਾਣੀ ਦਾ ਵਾਯੂ ਅਸਰ ਚੱਲਿਆ, ਜਦ ਪ੍ਰਚਾਰ ਗੁਰਬਾਣੀ ਬੋਲ ਕੇ ਸਮਝਾ ਕੇ ਦੱਸੀ, ਸਾਰਾ ਉੱਡ ਗਿਆ। ਉਹਨਾਂ ਦੇ ਕਰਮ ਕਾਂਡੇ ਉਡਾ ਕੇ ਰੱਖਤਾ। ਸਭ ਮੇਗਣ ਤਤਕਾਲ ਉਡਾਇਓ। ਸਾਰੇ ਜਿਹੜੇ ਪ੍ਰਚਾਰਕ ਤੇ ਮੇਗੇ ਤੇ ਮੇਗੇ ਬਣੇ ਬੈਠੇ ਦੀ, ਮੇਗੇ ਬਣੇ ਬੈਠੇ ਤੇ ਪ੍ਰਚਾਰਕ ਸਭ ਉੱਡ ਗਏ। ਹੈ ਸੀ ਦਾਨਵ, ਹੈ ਸੀ ਦਾਨਵ। ਜਿਹੜੇ ਪ੍ਰਚਾਰ ਕਰਦੇ ਸੀ ਪਖੰਡਵਾਦ ਦਾ, ਸਾਰਿਆਂ ਦੀ ਬੋਲਤੀ ਬੰਦ ਹੋ ਗਈ। ਦਰਸ਼ਨ ਵਰਗੇ ਪ੍ਰਚਾਰ ਨਹੀਂ ਸੀ ਕਰਦੇ, ਇਹ ਵੀ ਕਰਦੇ ਹੀ ਨੇ। ਇਹਨਾਂ ਦੇ ਸਭ ਬੋਲਤੀ ਬੰਦ, ਚੁੱਪ ਹੋ ਗਏ। ਉਹ ਗੁਰਬਾਣੀ ਆ ਕਹਿੰਦੀ ਹੈ, ਇਹ ਤਾਂ ਖਿਲਾਫ ਕਾਹਦੇ ਕਹਿੰਦੇ ਹੋ ਤੁਸੀਂ? ਪਤਾ ਤਾਂ ਸੀ ਉਹਨਾਂ ਨੂੰ ਸਭ ਕੁਝ, ਲੇਕਿਨ ਕਰਦੇ ਸੀ, ਦੁਕਾਨਦਾਰੀ ਸੀ ਉਹਨਾਂ ਦੀ। ਫਿਰ ਚੁੱਪ ਕਰਕੇ ਕਰੀ ਜਾਂਦੇ। ਲੋਕ ਕਿਹੜਾ ਹਟਦੇ ਨੇ? ਲੋਕ ਨਹੀਂ ਹਟਦੇ। ਚੱਲ ਪਏ ਸੀ ਬੇਰੀ ਬਾਰੇ, ਇੱਥੇ ਜੀ ਸਰੋਵਰ ਬਾਰੇ, ਇੱਥੇ ਇਹਨਾਂ ਨੂੰ ਰੋਸ਼ਨੀ ਮਿਲ ਗਈ, ਇੱਥੇ ਨੂੰ ਉਹ ਮਿਲ ਗਈ। ਹੋਰ ਚੱਲ ਪਿਆ ਸੀ। ਚੱਲ ਪੈਂਦਾ ਜੇ ਨਾ ਰੋਕਦੇ ਮੂਹਰੇ ਤੇ, ਪਤਾ ਨਹੀਂ ਕਿੱਥੇ ਤੱਕ ਪਹੁੰਚਾ ਦਿੰਦੇ ਇਹ। ਉਹਦੇ ਅੱਖਾਂ ਮੇਰੀਆਂ ਸੀਗੀਆਂ, ਉਹ ਕੀ ਸੀ? ਇੱਥੇ ਰੋਸ਼ਨੀ ਮਿਲ ਗਈ ਅੱਖਾਂ ਦੀ, ਉਹ ਕੀ ਸੀ? ਉਹ ਅਸਰ ਹੋਰ ਚਲਾਉਣ ਲੱਗੇ ਸੀ, ਖਤਰਨਾਕ। ਉਹੀ ਮੇਘ ਅਸਰ ਚਲਾਉਣ ਲੱਗੇ ਸੀ। ਲੋਕਾਂ ਦੀ ਸ਼ਰਧਾ ਹੋ ਜਾ ਵੀ ਇੱਥੇ ਤਾਂ ਅੱਗੇ ਸੀਗਾ ਵੀ ਇੱਥੇ ਜੀ ਕੋਲ ਠੀਕ ਹੁੰਦਾ। ਫਿਰ ਕਹਿੰਦੇ ਸਾਲ 'ਚ ਇੱਕ ਬੰਦੇ ਦਾ ਹੋ ਜਾਂਦਾ ਜ਼ਰੂਰ। ਉਹ ਜਦ ਅਸੀਂ ਮੈਂ ਸੀ, ਉਹ ਮੇਰਾ ਸਾਰਾ ਕਹਿੰਦਾ ਇੱਥੇ ਕੋਲ ਠੀਕ ਹੁੰਦਾ। ਮੈਂ ਕੋੜੀ ਦੇ ਇੱਥੇ ਨਹੀਂ ਫਿਰਦੇ ਨੇ, ਆਪਾਂ ਲੈ ਜਾਂਦੇ ਹਾਂ ਗੱਡੀ ਭਰ ਕੇ, ਹੋ ਜੂ ਠੀਕ। ਕਹਿੰਦਾ ਨਹੀਂ, ਏਦਾਂ ਨਹੀਂ ਹੁੰਦਾ। ਉਹ ਵਿਚਾਰਾ ਸਾਧੂ ਆਦਮੀ, ਉਹਨੂੰ ਪਤਾ ਨਹੀਂ ਸੀਗਾ, ਉਹ ਸੱਚ ਬੰਨੀ ਬੈਠਾ ਸੀ। ਮੈਂ ਕਿਹਾ ਮਨਿਸਟਰ, ਮੈਂ ਕਿਹਾ ਆਪਾਂ ਗੱਡੀ ਭਰ ਕੇ ਲੈ ਜਾਂਦੇ ਹਾਂ, ਦੇਖ ਲੈਂਦੇ ਜੇ ਹੁੰਦਾ। ਅਗਰ ਨਹੀਂ, ਇੱਕ ਆਦਮੀ ਦਾ ਜ਼ਰੂਰ ਹੋ ਜਾਂਦਾ ਸਾਲ 'ਚ। ਮੈਂ ਕਿਹਾ ਇਹ ਕੌਣ ਕਹਿੰਦਾ? ਕਹਿੰਦਾ ਉਹੀ ਕਹਿੰਦੇ ਸੀ। ਮੈਂ ਤਾਂ ਸੱਚ ਮੰਨ ਲਿਆ। ਨਹੀਂ ਹੋ ਸਕਦਾ, ਇਹ ਗੱਲ ਝੂਠ ਹੈ। ਉਹ ਕੋੜੀ ਨਹੀਂ ਸੀ, ਉਹ ਪਿੰਗਲਾ ਸੀ। ਤੂੰ ਕੋੜੀ ਕਹਿੰਦਾ, ਉਹ ਤਾਂ ਪਿੰਗਲਾ ਸੀ। ਪਿੰਗਲਾ ਠੀਕ ਹੋਇਆ ਸੀ, ਪਿੰਗਲਾ ਕੋੜੀ ਨਹੀਂ ਹੁੰਦਾ। ਫਿਰ ਕਹਿੰਦਾ ਹਾਂ, ਪਿੰਗਲਾ ਤਾਂ ਕੋੜੀ ਨਹੀਂ ਹੁੰਦਾ। ਉਹ ਪਿੰਗਲਾ ਠੀਕ ਹੋਇਆ ਸੀ, ਕੋੜੀ ਕਾ ਠੀਕ ਹੋਇਆ ਸੀ? ਭੁੱਲ ਜਾਂਦੇ ਨੇ, ਇਹਨਾਂ ਨੂੰ ਨਹੀਂ ਪਤਾ ਹੁੰਦਾ ਕੁਛ ਤਾਂ ਕੁਛ। ਹੁਣ ਕੋੜੀ ਨਹੀਂ ਕਹਿੰਦਾ ਕੋਈ, ਕੋੜੀ ਫਿਰਦੇ ਅਗਲਾ ਕਹਿੰਦਾ ਲਿਆਓ ਨਲਾ ਦਿੰਦੇ ਹੁਣ ਹੋਵੇ ਠੀਕ। ਪਿੰਗਲਾ ਵੀ ਨਹੀਂ ਕਹਿੰਦਾ, ਪਿੰਗਲੇ ਬਥੇਰੇ ਨੇ। ਹੁਣ ਅੱਖਾਂ ਮਿਲ ਗਈਆਂ, ਕਹਿ ਦਿੱਤਾ। ਅੱਖਾਂ ਤਾਂ ਕਿਸੇ ਨੂੰ ਮਿਲੀਆਂ ਹੀ ਨਹੀਂ ਪਹਿਲਾਂ। ਇਹ ਪੈਂਤਰੇ ਏਦਾਂ ਹੀ ਬਦਲਦੇ ਹੁੰਦੇ ਨੇ, ਝੂਠੇ।
ਲੇਕਿਨ ਮੂਰਖਾਂ ਦੇ ਕੋਲ ਮੰਨਣ ਵਾਲੇ ਬਥੇਰੇ ਨੇ, ਮੰਨਣ ਵਾਲੇ ਬਥੇਰੇ ਤਾਂ ਹੀ ਤਾਂ ਮਾੜੀਆਂ ਸਿਰ ਮਾਰਨ ਵਾਲੇ, ਖੇਲਣ ਵਾਲੇ, ਮੜੀਆਂ ਤੇ ਹਰ ਜਗ੍ਹਾ ਲੋਕ ਜਾਈ ਜਾਂਦੇ ਨੇ। ਇਹ ਹਟਾ ਕੇ ਦਿਖਾ ਦੇਣ। ਹੁਣ ਪਰੇਸ਼ਾਨ ਨੇ ਜੀ ਇਹ ਲੋਕ, ਸ਼ਹੀਦਾਂ ਤੇ ਜਾਂਦੇ ਨੇ, ਕਬਰਾਂ ਤੇ, ਉਹ ਜਾਣਗੇ ਹੀ ਜਾਂ ਤੁਸੀਂ ਗਿਆਨ ਨਹੀਂ ਦਿੱਤਾ ਇਹਨਾਂ ਨੂੰ। ਤੁਸੀਂ ਵੀ ਤਾਂ ਇਹੋ ਜਿਹਾ ਗਿਆਨ ਦਿੱਤਾ। ਜੇ ਝੂਠ ਨੂੰ ਤਾਂ ਮੰਨਣ ਦੀ ਆਦਤ ਪਾਤੀ ਤੁਸੀਂ ਇਹਨਾਂ ਨੂੰ, ਹਰ ਪ੍ਰਕਾਰ ਦਾ ਝੂਠ ਕੋਈ ਬੋਲ ਦੇਵੇ ਇਹਨਾਂ ਨੇ ਮੰਨ ਲੈਣਾ। ਉਹ ਅੱਖ ਨਹੀਂ ਖੋਲੀ ਤੀਜੀ ਇਹਨਾਂ ਦੀ, ਤੀਜੀ ਅੱਖ ਖੋਲਦੇ ਤਾਂ ਪਛਾਣਦੇ ਝੂਠ ਸੱਚ ਕੀ ਹੈ, ਖੋਟਾ ਖਰਾ ਕੀ ਹੈ, ਇਹਦੀ ਪਛਾਣ ਕਰਦਾ ਗੁਰਮੁਖ। ਗੁਰਮੁਖ ਹੀ ਖੋਟੇ ਖਰੇ ਪਛਾਣ। ਤੁਸੀਂ ਖੋਟੇ ਖਰੇ ਦੀ ਪਛਾਣ ਹੋਣੇ ਨਹੀਂ ਦਿੱਤੀ ਇਹਨਾਂ ਨੂੰ, ਉਹ ਅਕਲ ਨਹੀਂ ਦਿੱਤੀ। ਉਹ ਖਾਨਾ ਦਾ ਬੰਦ ਰੱਖਿਆ ਇਹਨਾਂ ਦਾ ਅਕਲ ਦਾ। ਇਹ ਤਾਂ ਲੱਗਣਗੇ ਮਗਰ ਸਾਰਿਆਂ ਦੀ। ਰਾਖਸ਼ ਅਸਤਰ ਰਾਜਸੈ ਚਲਾਇਓ। ਫਿਰ ਰਾਖਸ਼ ਅਸਤਰ ਚਲਾਤਾ ਰਾਖਸ਼ਾਂ ਨੇ। ਰਾਖਸ਼ ਅਸਤਰ ਹੈ ਲੁੱਟ ਖੋਹ ਕਰਨੀ। ਜਾਂ ਜਿਹੜਾ ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੜੂ ਖਾਲਸੇ ਨਾਲ ਵੀ ਜੋੜਤਾ। ਔਰ ਲੂਟ ਕੂਟ ਖਾਵਣੇ ਵਾਲੇ ਦੀ ਉਹ ਲੁੱਟ ਮਾਰ ਵਾਲੀ ਇਕੱਠੇ ਕਰੇ ਹੋ ਗਏ ਤੇ ਬੰਦੇ ਬਾਦ ਸਾਰੇ ਆਵੜੇ ਤੇ। ਜਿਹੜਾ ਉਸ ਵੇਲੇ ਦੇ ਨਿਹੰਗ ਸਿੰਘ ਸੀ ਸਾਰੇ ਲੁੱਟ ਖੋ, ਜਦ ਹੀ ਲੁੱਟ ਖੋ ਮਗਰ ਹੋਏ ਹੋਏ ਨੇ। ਇਹਨਾਂ ਨੇ ਲੁੱਟ ਖੋ ਨੂੰ ਜਾਇਜ਼ ਮੰਨੇ ਹੋਏ। ਉੱਥੇ ਲਿਖਦਾ ਨਾ ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੜੂ। ਬੜੇ ਚੌ ਚੜਦਾ ਇਹਨਾਂ ਨੂੰ ਸੁਣ ਕੇ ਗੱਲ। ਉਹ ਗੁਰਮਤਿ ਦੇ ਖਿਲਾਫ ਨੇ ਗੱਲਾਂ। ਪੁੱਛਦਾ ਵੀ ਤੁਹਾਨੂੰ ਦਵਾਨੀ ਵੱਟੇ ਨਹੀਂ ਕੋਈ। ਹੁਣ ਇਹ ਤਾਂ ਅਪਰਾਧੀਆਂ ਦਾ ਕੰਮ ਹੁੰਦਾ ਲੁੱਟ ਕੁੱਟ ਕਰਨਾ। ਰਕਸ਼ਾ ਵਾਸਤੇ ਬਣਾਇਆ ਖਾਲਸਾ ਜਾਂ ਲੁੱਟ ਖੋਣ ਵਾਸਤੇ ਬਣਾਇਆ? ਪੁਲਿਸ ਲੁੱਟ ਖੋਹ ਨਹੀਂ ਕਰ ਸਕਦੀ। ਲੁੱਟ ਖੋਹ ਡਾਕੂ, ਜੇ ਪੁਲਿਸ ਵੀ ਲੁੱਟ ਖੋਹ ਕਰਦੀ ਉਹ ਡਾਕੂਏ ਨੇ ਪੁਲਿਸ ਦੀ ਵਰਦੀ 'ਚ। ਫਿਰ ਵਰਦੀ ਪੁਲਿਸ ਦੀ ਹੈ, ਡਾਕੂਏ ਨੇ ਉਹ। ਫੌਜ ਤਾਂ ਬਿਲਕੁਲ ਨਹੀਂ ਕਰ ਸਕਦੀ ਨਾ। ਫੌਜ ਤਾਂ ਜੇ ਪੁਲਿਸ ਵੀ ਲੁੱਟ ਖੋਹ ਕਰੇ, ਮਿਨਿਸਟਰੀ ਵੀ ਲੁੱਟ ਖੋਹ ਕਰੇ ਤਾਂ ਫੌਜੀ ਰਾਜ ਹੋ ਜਾਂਦਾ। ਜੇ ਮਿਨਿਸਟਰ ਵੀ ਲੁੱਟ ਖੋਹ ਕਰਨ ਲੱਗ ਜਾਣ, ਆ ਪਾਕਿਸਤਾਨ 'ਚ ਹੁੰਦਾ ਨਹੀਂ ਰਿਹਾ। ਪੁਲਿਸ ਤਾਂ ਮਿਨਿਸਟਰੀ ਦੀ ਹੁੰਦੀ ਹੈ ਥੱਲੇ, ਫਿਰ ਫੌਜ ਆਪਣੀ ਕਾਬੂ ਕਰ ਲੈਂਦੀ। ਇਹ ਤਾਂ ਇਹਨਾਂ ਨੇ ਤਾਂ ਪਬਲਿਕ ਹੈ ਖਾਲੀ ਲੁੱਟ ਕੇ। ਬਾਹਰਲੀ ਔਰ ਅੰਦਰਲੀ ਦੋਹਾਂ ਦੀ ਰਕਸ਼ਾ ਫਿਰ ਆਖਰੀ ਫੌਜ ਦੇ ਥੱਲੇ ਹੈ। ਪਹਿਲਾਂ ਤਾਂ ਬਾਹਰੋਂ ਰਕਸ਼ਾ ਫੌਜ ਦੀ, ਪਰ ਜੇ ਘਰ ਦੇ ਵੀ ਲੁੱਟਣ ਲੱਗ ਜਾਣ, ਘਰਦਿਆਂ ਤੋਂ ਵੀ ਬਚਾਉਣਾ ਫੌਜ ਨਹੀਂ ਹੁੰਦਾ। ਹਾਂਜੀ। ਬਹੁ ਅਸਰਨ ਤਾਤੇ ਉਪਜਾਇਓ। ਬਹੁਤ ਸਾਰੇ ਰਾਖਸ਼ ਪੈਦਾ ਕਰ ਲਏ। ਆ ਹੁਣ ਜਿੰਨੇ ਵੀ ਆ ਸਾਰੇ ਨੇ ਸੰਤ ਨੇ, ਇਹ ਕੌਣ ਨੇ? ਇਹ ਰਾਖਸ਼ ਪੈਦਾ ਹੋਏ ਨੇ। ਆਹ ਪਾਠ ਕਰੋ ਜੀ, ਉਹ ਪਾਠ ਕਰੋ, ਆਹ ਅਖੰਡ ਪਾਠ ਕਰਾਓ, ਇੰਨੇ ਦਾ ਕਰਾਓ, ਆਹ ਹੋ ਜੂ ਐ ਹੋ ਜੂ। ਇਹ ਕੀ ਹੈ? ਇਹ ਇਸ ਤਰੀਕੇ ਦੀ ਲੁੱਟ ਖੋਹ ਹੈ। ਧਾਰਮਿਕ ਲੁੱਟ ਖੋਹ ਇਹੀ ਹੈ। 5,000 10,000 20,000 ਅਖੰਡ ਪਾਠ ਦਾ ਬੁਕਿੰਗ ਦਾ ਅਕਾਲ ਤਖਤ ਤੇ ਕਰਾਓ। ਇਹ ਕੀ ਹੈ? ਲੁੱਟ ਖੋਹ ਹੀ ਹੈ। ਹੋਰ ਕੀ ਹੈ? ਇੱਥੇ ਕਰਾਓਗੇ ਇੰਨੇ ਪੈਸੇ, ਇੱਥੇ ਕਰਾਓਗੇ ਇੰਨੇ ਪੈਸੇ। ਕੀ ਹੈ ਇਹ? ਲੁੱਟ ਖੋਹ ਹੀ ਹੈ। ਜੇ ਇਹ ਕਰਦੇ ਨੇ ਗਾਹਾਂ ਸੰਤ ਕਰਨ ਲੱਗ ਗਏ, ਉਹਨਾਂ ਨੂੰ ਕਹਿ ਨਹੀਂ ਸਕਦੇ। ਉਹ ਕਹਿੰਦੇ ਸਾਡੇ ਲੋਕਾਂ ਨੂੰ ਇੱਥੇ ਛੱਡਦਾ, ਜਿਹਨਾਂ ਨੂੰ ਇੱਥੇ ਛੱਡਦਾ ਉਹ ਤੁਸੀਂ ਕਰੀ ਜਾਂਦੇ ਹੋ। ਬਾਣੀ ਤਾਂ ਉਹੀ ਪੜ੍ਹਨੀ, ਅਸੀਂ ਵੀ ਪੜ੍ਹਦੇ ਹਾਂ, ਤੁਸੀਂ ਪੜ੍ਹਦੇ ਹੋ। ਤੁਹਾਡੇ ਨਾਲ ਸਾਡੇ ਵਧੀਆ ਨੇ। ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ, ਇਹ ਸੰਤਾਂ ਦੇ ਪਾਠੀ ਵਧੀਆ ਨੇ ਦੇਖਣ ਨੂੰ, ਕੱਪੜੇ ਕੁਪੜੇ ਪਾ ਕੇ ਦੇਖਣ ਨੂੰ ਉਹਨਾਂ ਦੇ ਵਧੀਆ ਨੇ। ਕਰੈਕਟਰ ਦੇ ਤੌਰ ਤੇ ਵੀ ਉਹ ਬਾਹਰ ਸੰਤਾਂ ਦੇ ਚੋਲੇ ਚਾਲੇ ਵੀ, ਇਹਨਾਂ ਦੇ ਚੋਲਾ ਕਿਸੇ ਦੇ ਵੀ ਨਹੀਂ ਪਾਇਆ ਹੁੰਦਾ ਸ਼੍ਰੋਮਣੀ ਕਮੇਟੀ ਵਾਲਿਆਂ ਦੇ। ਉਹਨਾਂ ਦੇ ਪੱਗਾਂ ਪੁੱਗਾਂ ਵੀ ਗੋਲ। ਔਰ ਜਿਹਨੇ ਬੈਠਣਾ ਭਾਈ ਉਹ ਨਹਾ ਕੇ ਇਸ਼ਨਾਨ ਕਰਕੇ ਕੱਪੜੇ ਦੂਏ ਬਦਲ ਕੇ ਬੈਠੂ। ਇਹੋ ਜਿਹਾ ਪਖੰਡਵਾਦ ਇਹਨਾਂ ਦਾ ਵਧੀਆ ਕੀਤਾ ਹੋਇਆ ਉਹਨਾਂ ਨੂੰ। ਲੋਕਾਂ ਦੀ ਸ਼ਰਧਾ ਪਖੰਡਵਾਦ ਤੇ ਜ਼ਿਆਦਾ। ਸੰਗਤ ਪ੍ਰਭਾਵਿਤ ਹੋ ਜਾਂਦੀ ਉਹਨਾਂ ਨੂੰ ਜ਼ਿਆਦਾ। ਸੰਗਤ ਪ੍ਰਭਾਵਿਤ ਹੋ ਜਾਂਦੀ ਹੈ ਵੀ ਜੀ ਇਹ ਪਵਿੱਤਰਤਾ ਬਹੁਤ ਰੱਖਦੇ ਨੇ, ਸੁੱਚਮ ਬੜੀ ਰੱਖਦੇ ਨੇ, ਕੇਸੀ ਇਸ਼ਨਾਨ ਕਰਕੇ ਬੈਠਦੇ ਨੇ। ਸ਼੍ਰੋਮਣੀ ਕਮੇਟੀ ਵਾਲੇ ਤਾਂ ਬਹਿੰਦੇ ਹੀ ਨਹੀਂ। ਦੁਕਾਨਦਾਰੀ ਆਪਣੀ ਆਪਣੀ ਉਹਨਾਂ ਦੀ ਵਧੀਆ ਚੱਲਦੀ ਹੈ ਇਹਨਾਂ ਨੂੰ। ਇਹ ਸਭ ਰਾਖਸ਼ ਨੇ ਪੈਦਾ ਹੋਏ। ਬਹੁ ਅਸਰਨ ਤਾਤੇ ਉਪਜਾਇਓ। ਅਸੁਰੇ ਨੇ ਇਹ ਬਈ ਤਰੀਕੇ। ਧਰਮ ਦੇ ਲਾਉ ਤੇ ਲੁੱਟ ਖੋਹ ਕਰਨ ਵਾਲਾ ਅਸੁਰ ਹੈ, ਰਾਖਸ਼ ਹੁੰਦਾ। ਉਹ ਵੀ ਧਰਮ ਹੈ। ਦੇਵ ਅਦੇਵ ਦੋਹੂ ਪ੍ਰਭ ਮੰਨਿਓ।
ਪ੍ਰਭ ਨੂੰ ਦੋ ਹੀ ਮੰਨਦੇ ਨੇ। ਉਹ ਆਪਣੇ ਤਰੀਕੇ ਨਾਲ ਮੰਨਦੇ ਨੇ, ਆਪਣੇ ਤਰੀਕੇ ਨਾਲ ਮੰਨਦੇ ਨੇ। ਅਸਲ 'ਚ ਕਿਹਨੂੰ ਕਹਿੰਦੇ ਤੇ ਰਾਖਸ਼? ਇਹ ਰਾਵਣ ਨੂੰ ਰਾਖਸ਼ ਕਹਿੰਦੇ ਸੀ, ਆਪ ਇਹ ਦੇਵਤੇ ਸੀ। ਜਿਹੜੇ ਤਾਂ ਦੇਵਤਿਆਂ ਨੂੰ ਮੰਨਦੇ ਨੇ, ਮੂਰਤੀ ਪੂਜਕ ਨੇ, ਇਹ ਦੇਵਤੇ ਨੇ, ਇੱਥੋਂ ਪੈਦਾ ਹੋਏ ਨੇ। ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਮੰਨਣ ਵਾਲੇ ਮੂਰਤੀ ਪੂਜਕ ਦੇਵਤੇ ਨੇ। ਆਪਣੇ ਆਪ ਨੂੰ ਕਹਿਣ ਲੱਗ ਗਏ। ਜਿਹੜੇ ਵੇਦ ਨੂੰ ਮੰਨਦੇ ਨੇ ਉਹ ਰਾਖਸ਼ ਨੇ, ਕਿ ਦੇਵੀ ਦੇਵਤਾ ਨੂੰ ਨਾ ਮੰਨਦੇ। ਉਹ ਰਾਵਣ 4 ਵੇਦ ਦਾ ਗਿਆਤਾ ਹੈ ਵੀ ਰਾਖਸ਼। ਉਹ ਸ਼ਰਾਬ ਦੇ ਵੀ ਹੱਕ 'ਚ ਹੈ, ਉਹ ਤਾਂ ਹੀ ਦਿਖਾਏ ਨੇ ਰਾਖਸ਼ ਸ਼ਰਾਬ ਪੀਂਦੇ। ਹਾਲਾਂਕਿ ਇਹਨਾਂ ਦੇ ਵੀ ਮੂਰਤੀਆਂ ਤੇ ਭੈਰੋਂ ਭੂਰੋਂ ਤੇ ਵੀ ਸ਼ਰਾਬ ਚੜ੍ਹਦੀ ਹੈ, ਇਹਨਾਂ ਦੇ ਵੀ ਮਾਂਸ ਵੀ ਚੜ੍ਹਦਾ ਹੈ, ਪਰ ਇਹ ਆਪਣੇ ਆਪ ਨੂੰ ਦੇਵਤੇ ਕਹੀ ਜਾਂਦੇ। ਕਹਿੰਦੇ ਜੀ ਇਹ ਦੇਵਤੇ ਖਾਂਦੇ ਪੀਂਦੇ ਨੇ, ਅਸੀਂ ਖਾਂਦੇ ਪੀਂਦੇ ਨਹੀਂ। ਇਹਨਾਂ ਦਾ ਇਹੋ ਜਿਹਾ ਹੀ ਕੰਮ ਹੈ। ਇਹ ਦੇਵਤੇ ਰਾਖਸ਼ ਦਾ ਮਤਲਬ ਇਹੀ ਹੈ ਸਿਰਫ, ਹੋਰ ਕੁਝ ਨਹੀਂ। ਉਹ ਵੇਦ ਨੂੰ ਮੰਨਣ ਵਾਲਾ, ਉਹ ਨਹੀਂ ਮੰਨਣ ਵਾਲਾ। ਅਸਲੀ ਤਾਂ ਵੇਦ ਨੂੰ ਮੰਨਣ ਵਾਲੇ ਨੇ ਬੰਦੇ। ਅੱਜ ਉਹ ਭਾਰੂ ਨੇ ਇਹਨਾਂ ਤੇ ਹੌਲੀ ਹੌਲੀ। ਇਹਨਾਂ ਨੇ ਉੱਤਰੀ ਭਾਰਤ ਵਿੱਚ ਅਸਰ, ਦੱਖਣੀ ਤਾਂ ਇਹਨਾਂ ਦਾ ਹੈ ਨਹੀਂ। ਉਹ ਰਾਮ ਦੇ ਬੁੱਤ ਪੂਜਣ ਲੱਗ ਗਏ ਜਾਂ ਰਾਵਣ ਦੇ ਪੂਜਦੇ ਨੇ। ਰਾਮ ਦਾ ਬੁੱਤ ਹਿੰਦੁਸਤਾਨ 'ਚ ਪੂਜਣਾ ਬੜੀ ਤਕੜਾ ਜਿਗਰਾ ਚਾਹੀਦਾ ਕਿਸੇ ਦਾ। ਰਾਵਣ ਦਾ ਰਾਮ ਦਾ ਬੁੱਤ ਪੂਜਣਾ, ਰਾਵਣ ਦਾ ਸਾਰੀ ਰਾਮ ਦਾ ਬੁੱਤ ਸਾੜਨਾ, ਪੂਜਣਾ ਨਹੀਂ ਸਾੜਨਾ। ਰਾਵਣ ਦਾ ਪੂਜਣਾ ਤਕੜਾ ਜਿਗਰਾ ਚਾਹੀਦਾ, ਉਹ ਲੋਕ ਕਰਦੇ ਨੇ। ਰਾਮ ਦਾ ਬੁੱਤ ਸਾੜਨਾ ਬੜਾ ਤਕੜਾ ਜਿਗਰਾ ਚਾਹੀਦਾ। ਰਾਮ ਤੋਂ ਦੁਨੀਆ ਡਰਦੀ ਹੈ, ਨਾਮ ਤੋਂ ਹੀ ਡਰਦੀ ਹੈ ਰਾਮ ਦੇ ਤੋਂ, ਪਰ ਉਹ ਨਹੀਂ ਡਰਦੇ। ਉਹਨਾਂ ਨੂੰ ਪਤਾ ਹਾਂ, ਉਹ ਕਹਿੰਦੇ ਤੁਸੀਂ ਇਹ ਸਾੜੋਗੇ, ਅਸੀਂ ਇਹ ਸਾੜਾਂਗੇ। ਉਹ ਸਾਡਾ ਰਾਜਾ ਸੀ, ਇਹ ਤੁਹਾਡਾ ਰਾਜਾ। ਉਹ 4 ਵੇਦ ਦਾ ਗਿਆਤਾ ਸੀ। ਉਹ ਬਾਹਮਣ ਦਾ ਕੰਨ ਫੜਿਆ ਚੇਲਾ ਨਹੀਂ ਸੀ। ਥੋੜਾ ਰਾਮਚੰਦਰ ਬਾਹਮਣ ਦਾ ਕੰਨ ਫੜਿਆ ਚੇਲਾ ਸੀ। ਅੱਜ ਬਾਹਮਣ ਨੂੰ ਸਰਕਾਰਾਂ ਨਹੀਂ ਮੰਨਦੀਆਂ। ਅੱਜ ਸਰਕਾਰ ਨਹੀਂ ਮੰਨਦੀ ਬਾਹਮਣ ਨੂੰ, ਕਾਂਗਰਸ ਨਹੀਂ ਮੰਨਦੀ, RSS ਨੂੰ ਬੁਰਾ ਮੰਨਦੀ ਹੈ। ਅੱਜ ਤੁਸੀਂ ਫਿਰ ਰਾਮ ਦਾ ਪੁੱਤ ਕਿਵੇਂ ਸਾੜਦੇ ਹੋ, ਰਾਵਣ ਦਾ ਕਿਵੇਂ ਸਾੜਦੇ ਹੋ? ਇਹ ਤਾਂ ਰਾਮ ਨੇ ਤਾਂ ਸ਼ੰਭੂ ਰਿਸ਼ੀ ਮਾਰਿਆ ਸੀ ਬਾਹਮਣ ਦੇ ਕਹੇ ਤੇ। ਉਹ ਅੱਜ ਕਿਵੇਂ ਸੁਪਰੀ ਤਾਂ ਨਹੀਂ ਮੰਦਰ ਬਣਾਉਂਦੇ ਕਾਂਗਰਸ ਵਾਲੇ। ਐਵੇਂ ਨਹੀਂ ਗੱਲ ਹੈਗੀ, ਵਿੱਚੋਂ ਗੱਲਾਂ ਹੋਰ ਨੇ। ਕਾਂਗਰਸ ਵਾਲੇ ਕਿਵੇਂ ਕਹਿੰਦੇ ਨੇ ਮੰਦਰ ਬਣਾਓ? ਯਾਦਵ ਵੀ ਖਿਲਾਫ ਨੇ, ਅਸਲ 'ਚ ਰਾਮ ਦੇ ਖਿਲਾਫ ਨੇ। ਜਿਹੜਾ ਇਹਨਾਂ ਦਾ ਰਾਮ ਹੈ ਉਹਦੀਆਂ ਆਦਤਾਂ ਤੇ ਖਿਲਾਫ ਨੇ। ਉਹ ਰਿਸ਼ੀ ਮੁਨੀਆਂ ਦੇ ਕਹੇ ਤੇ ਜੱਗ ਕਰਨ ਨੂੰ ਰਕਸ਼ਾ ਕਰਨ ਗਿਆ। ਜੱਗ ਤਾਂ ਹੀ ਪਖੰਡਵਾਦ, ਜੱਗੇ ਪਖੰਡਵਾਦ ਹੈ ਸਾਰਾ। ਜੱਗ ਜੋ ਅੱਜ ਕੱਢ ਕੇ ਦਿਖਾਓ, ਰਸ ਨਿਕਲਦਾ, ਜੋ ਨਿਕਲਦਾ, ਜੋ ਨਿਕਲਦਾ, ਸਭ ਝੂਠ ਹੈ। ਇਹ ਗੱਲਾਂ ਜੇ ਵਿੱਚੋਂ ਕੱਢੀਏ ਗੱਲਾਂ ਹੀ ਹੋਰ ਨੇ। ਉਹ ਕਹਿੰਦੇ ਵੀ ਉਹ ਫੋਲੋ ਨਾ ਕੁਛ, ਜਿਵੇਂ ਅਸੀਂ ਕਹਿੰਦੇ ਮੰਨ ਲਓ। ਉਹ ਸਰਤਾਲੇ ਨੇ ਕਿੰਨਾ ਕੁਛ ਲਿਖਦਾ। ਸਰਤਾਲਾ ਕੇਸ ਕਰ ਦਿੰਦੇ, ਉਹ ਜਿੱਤ ਜਾਂਦਾ। ਇਹਨਾਂ ਦੇ ਆਪਣੇ ਗ੍ਰੰਥਾਂ 'ਚ ਲਿਖਿਆ ਸਭ ਕੁਛ। ਇਵੇਂ ਸਾਡੇ ਗ੍ਰੰਥਾਂ 'ਚ ਇਹਨਾਂ ਨੇ ਸਾਡੇ ਡੁਪਲੀਕੇਟ ਗ੍ਰੰਥ ਪਾੜਤੇ। ਉਹੀ ਨੇ ਇਹ ਸਾਡੇ ਕੋਲ ਪੜ੍ਹਦੇ ਆ। ਉਹ ਸੰਤੋਖ ਸਿੰਘ ਦੇ ਹੁਣ ਕਾਹਤੇ ਛੱਡ ਜਾਂਦੇ ਨੇ? ਹੁਣ ਕਾਹਤੇ ਮੰਨਣ ਲੱਗੇ ਵੀ ਤਾਂ ਸਾਖੀਆਂ ਝੂਠੀਆਂ ਨੇ? ਹੁਣ ਤੇ ਕਾਹਤੇ ਪੜ੍ਹਦੇ ਰਹੇ? ਜਿਨ੍ਹਾਂ ਨੇ ਉਹ ਲਿਖਾਏ, ਜਿਨ੍ਹਾਂ ਨੇ ਰਹਿਤ ਮਰਿਆਦਾ ਬਣਾਈ, ਉਹਨਾਂ ਨੇ ਕਿਹਾ ਪੜ੍ਹੇ ਜਾਣਗੇ। ਅੱਜ ਕਹਿੰਦੇ ਨੇ ਨਹੀਂ ਪੜ੍ਹਨੇ ਚਾਹੀਦੇ। ਰਹਿਤ ਮਰਿਆਦਾ ਬਣਾਉਣੇ ਵਾਲੇ ਸਾਫ਼ ਪਤਾ ਵੀ ਰਹਿਤ ਮਰਿਆਦਾ ਬਣਾਉਣੇ ਵਾਲੇ ਸਾਰੇ ਹੀ ਮੀਣੇ ਸੀ। ਗੋਲਕ ਖੋਣੇ ਵਾਲੇ ਮੀਣੇ ਸੀ, ਜਿਨ੍ਹਾਂ ਨੇ ਗੋਲਕ ਹੋਈ ਹੈ ਮਹਾਨਤਾ ਤੋਂ, ਉਹ ਵੀ ਮੀਣੇ ਸੀ। ਉਹਨਾਂ ਦਾ ਹੀ ਪ੍ਰਚਾਰ ਹੈ ਮੀਣਿਆਂ ਦਾ। ਅੱਜ ਵੀ ਮੀਣਾ ਕੌਣ ਹੁੰਦਾ? ਚੁੱਪ ਕਰ ਜਾਣਾ, ਬੋਲਣਾ ਨਹੀਂ ਹੈ। ਮੀਣਾ ਭਿੜਦਾ ਨਹੀਂ ਹੁੰਦਾ। ਬੌਲਦ ਹੋਵੇ ਜਾਂ ਬੰਦਾ ਹੋਵੇ ਜਾਂ ਮੱਝ ਹੋਵੇ, ਝੋਟਾ ਹੋਵੇ। ਜੇ ਮੀਣਾ ਹੋਵੇ, ਉਹ ਟੱਕਰ ਕਾਹਦੇ ਨਾਲ? ਉਹ ਸਿੰਘ ਤਾਂ ਹੈ ਨਹੀਂ, ਸੱਚ ਹੈ ਨਹੀਂ। ਸੱਚ ਤੇ ਬਿਨਾਂ ਨਹੀਂ ਪੜਿਆ ਜਾਂਦਾ। ਪੱਲੇ ਹੋਵੇ ਕਹਿੰਦੇ ਸੱਚ ਬਾਹਰ ਖਲੋ ਕੇ ਨੱਚ, ਤਾਂ ਕਹਿੰਦਾ ਉਹ ਡਗਮਗ ਛਾੜ ਰੇ ਮਨਾ, ਮਨ ਬੌਰਾ ਰੇ। ਸਮਝਿਆ ਨਹੀਂ?
ਦੇਵ ਅਸਤਰ ਛੋੜਾ ਤਬ ਕਾਲਾ। ਦੇਵ ਅਸਤਰ ਛੱਡਤਾ ਉਹਨੇ। ਦੇਵ ਅਸਤਰ ਛੱਡਿਆ ਵੀ ਦੇਵ ਕੌਣ ਹੈ। ਦੇਵ ਮੂਰਤੀ ਹੈ ਅੱਜ। ਦੇਵ ਅਸਤਰ ਛੱਡਿਆ। ਦੇਵ ਹੈ ਜਿਹੜਾ ਦਿੰਦਾ ਹੈ ਕੁਛ, ਦਾਤਾ। ਦੇਵ ਅੰਦਰ ਹੈ, ਅੰਤਰ ਦੇਵ ਨਾ ਜਾਣੇ ਅੰਦਰ। ਉਹਨੇ ਦੇਵ ਅਸਤਰ ਛੱਡਿਆ। ਮੂਰਤੀ ਪੂਜਾ ਦਾ ਖੰਡਨ ਹੋਇਆ। ਦੇਵ ਤੋਂ ਜਿਹੜਾ ਦਿੰਦਾ ਹੈ ਕੁਛ, ਜਿਹਨੇ ਚੰਦ ਸੂਰਜ ਸਾਨੂੰ ਦਿੱਤਾ ਹੈ ਉਹ ਦੇਵ ਹੈ। ਜਿਹੜਾ ਮੀਂਹ ਪਾਉਂਦਾ ਉਹ ਦੇਵ ਹੈ। ਅਸੀਂ ਜੀ ਤੋਂ ਮੰਗਦੇ ਹਾਂ, ਦੁਨੀਆ ਜੀ ਤੋਂ ਮੰਗਦੀ ਹੈ। ਦਰਖਤ ਪੇੜ ਪੌਦੇ ਸਭ ਜਿਹੜੇ ਜੀ ਜੰਤ ਜੀ ਤੋਂ ਮੰਗਦਾ ਨਾ, ਦੱਦਾ ਦਾਤਾ ਏਕ ਹੈ, ਉਹੀ ਦੇਵ ਹੈ। ਸਭ ਕੋ ਦੇਵ ਬਣਾ। ਜਿਹੜਾ ਸਭ ਕੋ ਦੇਵ ਬਣਾ ਰਿਹਾ ਉਹ ਦੇਵ ਹੈ। ਇਹ ਆ ਤੁਸੀਂ ਇਹਦੇ ਲੈ ਕੇ ਦਿਖਾਓ ਮੂਰਤੀ ਤੇ। ਮੂਰਤੀ ਤੇ ਕੁਛ ਲੈ ਕੇ ਦਿਖਾ ਦਿਓ, ਫਿਰ ਥੋੜਾ ਦਾ ਦੇਵ ਇੱਕ ਨਹੀਂ। ਦੱਦਾ ਦਾਤਾ ਏਕ ਹੈ। ਜੇ ਦਾਤਾ ਇੱਕ ਹੈ ਤਾਂ ਦੇਵ ਵੀ ਕੋਈ ਹੈ। ਤੁਸੀਂ 33 ਕਰੋੜ ਦੇਵਤੇ ਕਿਵੇਂ ਬਣਾ ਲਏ? ਗੁਰਬਾਣੀ 33 ਕਰੋੜ ਨੂੰ ਕੱਟ ਰਹੀ ਹੈ। ਅਸਲ ਦੇ ਵਿੱਚ ਇੱਕ ਕਹਿ ਕੇ ਦੱਦਾ ਦਾਤਾ ਇਹ ਕਹਿ ਕੇ 33 ਕਰੋੜ ਦੇਵਤਾ ਕੱਟ ਰਹੀ ਹੈ। ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਦੇ ਖਿਲਾਫ ਏਕਾ ਵਰਤੇ ਉਹਨਾਂ ਨੂੰ ਤਾਂ ਪਤਾ ਹੈ ਵੀ ਇੱਕ ਕਹਿ ਕੇ ਕੀ ਕੀਤਾ, ਕਿਉਂ ਇਹ ਕਿਹਾ। ਸਾਨੂੰ ਨਹੀਂ ਪਤਾ। ਸਾਨੂੰ ਨਹੀਂ ਪਤਾ ਵੀ ਇਹ ਕਹਿ ਦਾ ਮਤਲਬ ਕੀ ਹੈ। ਉਹਨਾਂ ਦੇ ਕਰਤਾ ਭਰਾੜ ਛਾਤੀ 'ਚ ਇਹ ਕਹਿ ਕੇ, ਸਾਨੂੰ ਪਤਾ ਹੀ ਨਹੀਂ। ਤੇ ਏਕ ਕਹਿ ਕੇ ਤੁਸੀਂ ਤਾਂ ਗੁਰੂ ਫਿਰ 10 ਬਣਾਈ ਬੈਠੇ ਹੋ। ਏਕ ਹੀ ਗੁਰੂ ਆ ਉਹ, ਇੱਕੋ ਹੀ ਹੈ। ਇੱਕ ਤੇ ਗਾਹਾਂ ਜਾ ਹੀ ਨਹੀਂ ਸਕਦੇ ਤੁਸੀਂ। ਉਹਨਾਂ ਨੇ ਤਾਂ ਦੂਆ ਵੀ ਨਾਨਕ, ਤੀਆ ਵੀ ਨਾਨਕ, ਚੌਥਾ ਵੀ ਨਾਨਕ, ਸਾਰੇ ਨਾਨਕੇ। ਤੇ ਤੁਸੀਂ 10 ਕਿਵੇਂ ਬਣਾ ਲਏ? ਨਾਲੇ ਕਹਿੰਦੇ ਜੋਤ, ਏਕ ਜੋਤ। ਜੋਤ ਉਹ ਜੁਗਤ ਸਾਈ, ਉਹੀ ਜੋਤ ਹੈ। ਜਦ ਉਹੀ ਜੋਤ ਹੈ, ਦੂਆ ਕਿਵੇਂ ਹੋ ਗਿਆ ਫਿਰ? ਸਾਇਕ ਆਇਆ ਫਿਰ ਪਲਟੀ ਹੈ, ਫਿਰ ਦੂਆ ਕਿਵੇਂ ਹੋ ਗਿਆ? ਫਿਰ 10 ਦੀ ਜੋਤ ਕਿਵੇਂ ਕਹਿ ਰਹੇ ਹੋ ਤੁਸੀਂ ਵਿੱਚ? ਜੇ ਗੁਰਬਾਣੀ ਕਹਿੰਦੇ ਗੁਰਬਾਣੀ ਤਾਂ 6 ਦੀ ਹੈ, 5 ਦੀ ਹੋਈ ਹੈ। ਹਾਂ 6 ਦੀ ਹੈ। 9ਵੇਂ ਪਾਤਸ਼ਾਹ ਸਣੇ, 10ਵੇਂ ਪਾਤਸ਼ਾਹ ਦਾ ਕੁਝ ਨਹੀਂ ਹੈ ਵਿੱਚ। 3 ਗੁਰੂਆਂ ਨੇ ਬਾਣੀ ਰਚੀ ਹੋਣੀ। ਫਿਰ 6 ਕਹੋ, ਫਿਰ 10 ਕਹਿੰਦੇ ਹੋ। ਇਹ ਸਭ ਸ਼ਰਾਰਤ ਹੈ, ਕੱਖ ਵੀ ਨਹੀਂ ਹੈ। ਇਹੀ ਉਹਨਾਂ ਨੇ ਪਹਿਲਾਂ ਪਖੰਡਵਾਦ ਜਿਹੜਾ ਰਹਿਤ ਅਰਦਾਸ ਬਣਾਈ ਹੈ, ਇਹ ਵੀ ਉਹੀ ਬਣਾਈ ਹੈ। ਆ ਅਸਤਰ ਛੱਡਿਆ ਸੀ ਹੋਇਆ ਮੇਘ ਅਸਤਰ। ਮੇਘ ਅਸਤਰ ਹੈ ਅਰਦਾਸ। ਅਰਦਾਸ ਹੈ ਮੇਘ ਅਸਤਰ ਹੈ। ਰਹਿਤ ਮਰਿਆਦਾ ਹੀ ਮੇਘ ਅਸਤਰ ਹੈ। ਜਾ ਕੇ ਦਿਖਾਓ ਇਹਦੇ ਖਿਲਾਫ, ਕਹਿ ਕੇ ਦਿਖਾਓ ਜੇ ਭਾਂਬੜ ਨਾ ਬਚ ਜਾਏ। ਮੇਘ ਅਸਤਰ ਹੈ ਉਹਨਾਂ ਦਾ। ਉਹਨਾਂ ਦੇ ਮੇਘ ਅਸਤਰ 'ਚ ਅੱਗ ਵਰਸਾਈ ਹੋਈ ਹੈ। ਆ ਜਿਹੜਾ ਪਾਣੀ ਹੈ ਨਾ, ਇਹ ਅੱਗੇ ਹੈ। ਸੰਸਾਰੀ ਪਾਣੀ ਅੱਗ ਹੁੰਦੀ ਹੈ। ਅਗਨ ਸਾਗਰ ਹੈ, ਪਾਣੀ ਤੋਂ ਪੈਦਾ ਹੋਇਆ ਸੰਸਾਰ ਅਸਲ 'ਚ ਅੱਗ ਸਾਗਰ ਹੈ। ਅੱਗ ਸਾਗਰ ਵਾਲਾ ਜਿਹੜਾ ਵਿਅਕਤੀ ਦਾ ਪ੍ਰਚਾਰ ਹੈ ਨਾ, ਉਹ ਅੱਗ ਸਾਗਰ ਹੈ। ਜਦੋਂ ਵਿਅਕਤੀ ਨੂੰ ਗੁਰੂ ਬਣਾਇਆ, ਇਹ ਅਗਨ ਮੇਘ ਅਸਤਰ ਹੈ, ਅਗਨ ਦਾ ਅਸਤਰ ਹੈ। ਇਹ ਪਾਣੀ ਵੀ ਅੱਗ ਹੈ, ਉੱਤੋਂ ਠੰਡਾ ਲੱਗਦਾ ਹੈ। ਦੇਖਣ ਨੂੰ ਪਾਣੀ ਹੈ, ਅੱਗ ਹੈ ਵਿੱਚੋਂ। ਜਾਂ ਹਾਈਡਰੋਜਨ ਆਕਸੀਜਨ ਅੱਡੋ ਅੱਡ ਕਰ ਲੈਣੀਆਂ, ਦੋਏ ਅੱਗ ਨੇ। ਇੱਕ ਦੂਜੇ ਨੂੰ ਮਦਦ, ਉਹ ਜਲਦੀ ਹੈ, ਹਾਈਡਰੋਜਨ ਜਲਦੀ ਹੈ, ਆਕਸੀਜਨ ਨੂੰ ਜਲਦੀ ਹੈ। ਇਹ ਮੇਘ ਅਸਤਰ ਹੈ ਉਹਨਾਂ ਦਾ। ਇਹਨੂੰ ਪਛਾਣਦਾ ਕੌਣ? ਪਛਾਣਦਾ ਕੌਣ? ਜਿਹੜਾ ਪੜ੍ਹ ਲੈਂਦਾ। ਇਹ ਅਸਤੋਤ ਦਾ ਚਰਿੱਤਰ ਹੈ, ਪਰਮੇਸ਼ਰ ਦਾ ਕਰੈਕਟਰ ਹੈ। ਕਰੈਕਟਰ, ਚਰਿੱਤਰ ਕਰੈਕਟਰ ਨੂੰ ਕਹਿੰਦੇ ਨੇ। ਪਰਮੇਸ਼ਰ ਦਾ ਕਰੈਕਟਰ ਹੈ। ਪਰਮੇਸ਼ਰ ਕੀ ਕਰਦਾ ਹੁੰਦਾ ਫਿਰ? ਉਹ ਪਰਮੇਸ਼ਰ ਕਰ ਰਿਹਾ, ਤਾਂ ਆਦਮੀ ਨਹੀਂ ਕੁਝ ਵੀ ਕਰ ਰਿਹਾ। ਪਰਮੇਸ਼ਰ ਆਦਮੀ ਤੇ ਤਾਂ ਕਰਵਾ ਰਿਹਾ, ਉਹ ਕਰ ਹੀ ਰਿਹਾ। ਆਦਮੀ ਤੇ ਤਾਂ ਕਰਵਾ ਰਿਹਾ। ਇਨਸਾਨ ਤੇ ਜਿਹੜਾ ਕਰਵਾ ਰਿਹਾ ਉਹ ਪਰਮੇਸ਼ਰ ਕਰਵਾ ਰਿਹਾ। ਸ਼ੈਤਾਨ ਆਪਣੇ ਆਪ ਕਰ ਰਿਹਾ। ਸ਼ੈਤਾਨ ਆਪਣੇ ਦਿਮਾਗ ਤੋਂ ਕੰਮ ਲੈ ਰਿਹਾ।
ਇਨਸਾਨ ਦਾ ਆਪਣਾ ਦਿਮਾਗ ਹੁੰਦਾ ਹੀ ਨਹੀਂ, ਇਨਸਾਨ ਦਾ ਦਿਲ 'ਚ ਬੈਠਾ ਹੁੰਦਾ ਉਹਦਾ ਦਿਮਾਗ ਨਾਲ ਕਨੈਕਸ਼ਨ ਕੋਈ ਨਹੀਂ। ਇਨਸਾਨ ਕਾਹਦਾ ਜਿਹਦਾ ਦਿਮਾਗ ਨਾਲ ਕਨੈਕਸ਼ਨ ਹੈ? ਇਨਸਾਨ ਨਹੀਂ ਹੋ ਸਕਦਾ ਉਹ, ਦਿਲ ਨਾਲ ਕਨੈਕਸ਼ਨ ਹੈ ਇਨਸਾਨ ਦਾ। ਦਿਲ ਨਾਲ ਕਨੈਕਸ਼ਨ ਸਭ ਨੂੰ ਇੱਕੋ ਜਿਹਾ ਸਮਝਦਾ ਫਿਰ। ਹਾਂਜੀ, ਅਸੁਰ ਸੈਨ ਕੂਟਾ ਦਰਹਾਲਾ। ਅਸੁਰ ਸੈਨ ਸੀ ਸਾਰੀ ਕੁੱਟ ਕੇ ਰੱਖਤੀ, ਦੱਦਾ ਦਾਦਾ ਇੱਕ ਕਹਿ ਕੇ ਕੁੱਟਤੀ ਸਾਰੀ। ਉਹ ਤਾਂ ਅੱਡ ਅੱਡ ਸੰਤ ਬਣਾਈ ਬੈਠੇ ਨੇ, 33 ਕਰੋੜ ਦੇਵਤਾ ਬਣ ਜਾਣੇ ਸਾਰੇ ਸੰਤ ਦੇਵਤੇ ਨੇ। ਬਣਾ ਇਹਨਾਂ ਨੇ ਜਿਹੜੀਆਂ ਬਰਸੀਆਂ ਬਣਾਉਂਦੇ ਨੇ ਇਹੀ ਦੇਵਤੇ ਨਵੇਂ ਬਣਾ ਰਹੇ ਨੇ ਹੁਣ। ਉਹ ਆਪਣਾ ਬਣਾ ਰਹੇ ਨੇ। ਰਾਧਾ ਸੁਆਮੀ ਕੋਈ ਜਿੱਥੇ ਜਿੱਥੇ ਜਿੰਨੇ ਬਣਾ ਰਹੇ ਆਪਣੇ ਆਪਣੇ ਬਣਾ ਰਹੇ ਨੇ। ਇਹ ਸਭ ਨਵੇਂ ਫੇਰ ਪੈਦਾ ਹੋ ਰਹੇ ਨੇ, ਸਾਰੇ ਹੀ ਕੁੱਟ ਕੇ ਰੱਖਤੇ। ਇਹ ਸਾਰੇ ਪਖੰਡਵਾਦੀ ਨੇ। ਜਛ ਅਸਤਰ ਤਬ ਅਸੁਰ ਚਲਾਇਓ। ਅਸੁਰਾਂ ਨੇ ਫਿਰ ਜਸ ਅਸਤਰ ਚਲਾਇਆ। ਜੱਜ ਹੁੰਦਾ ਨੱਚਣਾ, ਭਜਨਾਂ ਤੇ ਝੂਮਣ ਲਾ ਦੇਣਾ ਪਬਲਿਕ ਨੂੰ। ਪਬਲਿਕ ਝੂਮੀ ਨਾ ਭਜਨਾਂ ਤੇ, ਇਹ ਜੱਜ ਅਸਤਰ ਹੈ। ਕਹਿੰਦੇ ਜੀ ਮਗਨ ਹੋ ਗਏ ਸਾਰੇ, ਚੱਲ ਲੈ ਲਓ, ਸੁਣੇ ਨਹੀਂ ਸਕਦੇ ਤੁਹਾਡੀ ਗੱਲ। ਔਰ ਭਜਨ ਕਾਹਦੇ ਨੇ? ਭਜਨ ਸਾਰੇ ਆਤਮ ਗਿਆਨ ਦੇ ਖਿਲਾਫ, ਮਾਇਆ ਧਾਰੀਆਂ ਦੇ, ਮਾਇਆ ਨਾਲ ਜੋੜਨ ਵਾਲੇ। ਪਰ ਇਸ ਨੂੰ ਕਿਹਾ ਸੀ ਨੱਚਣ ਕੁੱਦਣ ਮਨ ਕਾ ਚਾਓ। ਉਦੋਂ ਵੀ ਸੀ ਇਹ। ਬਾਣ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾਂ ਝਾਟਾ ਪਾਏ, ਵੇਖਣ ਲੋਕ ਹੱਸਣ ਕਰ ਜਾਏ। ਹੁਣ ਇਹ ਅਸਰ ਨਹੀਂ ਸੀ ਚੱਲ ਸਕਦਾ ਸਾਡੇ ਤਾਂ ਬਾਜੇ ਵਾਲੇ ਨੂੰ ਹੱਥ ਬਾਜੇ ਤੋਂ ਅੱਡ ਕਰਨ ਦਾ ਹੁਕਮ ਨਹੀਂ ਹੈ। ਜਿਹੜੇ ਇਸ਼ਾਰਾ ਕਰਦੇ ਨੇ ਹੱਥ ਦਾ, ਬਾਜਾ ਛੱਡ ਕੇ ਗੁਰਮਤ ਤੋਂ ਖਿਲਾਫ ਹੈ ਉਹ। ਇਹ ਨਹੀਂ ਕਹਿੰਦੇ ਅਕਾਲੀ, ਅਸੀਂ ਤਾਂ ਸੰਗਲ ਲਾ ਲੈਂਦੇ ਫੜ ਕੇ। ਤੂੰ ਹੱਥ ਅੱਡ ਕਿਵੇਂ ਕੀਤਾ? ਤੂੰ ਪਬਲਿਕ ਨਾਲ ਜੁੜਿਆ ਹੈ, ਬਾਹਲੀ ਨਾਲ, ਗੁਰੂ ਨਾਲ ਨਹੀਂ ਜੁੜਿਆ ਹੈ। ਆਪਣੇ ਅੰਦਰ ਜੁੜਕੇਗਾ। ਤੈਂ ਕੀ ਲੈਣਾ? ਕੌਣ ਸੁਣਦਾ ਤੈਨੂੰ? ਕੀ ਨਹੀਂ ਸੁਣਦਾ? ਤੈਂ ਬਾਹਰ ਵਾਲਿਆਂ ਤੇ ਕੀ ਲੈਣਾ? ਤੂੰ ਆਪਣੇ ਅੰਦਰ ਜੁੜਕੇਗਾ। ਇਹ ਆਪਣੇ ਕਈ ਜ਼ਿਆਦਾ ਪਹਿਲਾਂ ਸ਼ੁਰੂ ਕੀਤਾ ਇਹਨੇ ਦਰਸ਼ਨ ਸੋ ਨੇ। ਚੰਚਲ ਹੈ ਨਾ, ਚੰਚਲ ਮੰਨਿਆ ਜਾਂਦਾ ਉਹ ਜਿਹੜਾ ਹੱਥ ਛੱਡ ਕੇ ਇਸ਼ਾਰਾ ਕਰਦਾ ਲੋਕਾਂ ਵੱਲ। ਕਵੀ ਕਰਦੇ ਨੇ ਹੱਥਾਂ ਦਾ ਇਸ਼ਾਰਾ, ਕੀਰਤਨ ਵਾਲਾ ਨਹੀਂ ਕਰ ਸਕਦਾ ਹੈ। ਜੱਜ ਇਹ ਹੋਰੇ ਚਲਾਉਣ ਲੱਗਿਆ ਸੀ। ਆ ਕੌਡੀ ਵਾਲੇ ਮੈਚ ਤੇ ਬਣਾ ਲਈ ਸੀ ਨਾ ਐਕਟਰੈਸ ਕਿਹੜੀ? ਸੁਖਬੀਰ ਬਾਦਲ ਨੇ। ਉਹ ਆਹੀ ਅਸਰ ਚਲਾਉਣ ਲੱਗਿਆ ਸੀ ਜਦੋਂ ਨਿੰਦਿਆ ਹੋ ਗਈ ਵੀ ਇਹ ਨਾ ਚਲਾਈ। ਸ਼ਿਲਪਾ ਸ਼ੈਟੀ। ਹਾਂ, ਉਹ ਹੁਣ ਇਹਨੂੰ ਕੀ ਪਤਾ? ਇਹ ਇਹਦਾ ਜਨਮ ਹੀ ਨਹੀਂ ਹੋਇਆ ਅਕਾਲੀ ਦਲ ਚੋਂ। ਇਹਨੂੰ ਕੀ ਪਤਾ ਵੀ ਇਹ ਕੀ ਕਰਨ ਲੱਗਿਆ? ਇਹਨੇ ਤਾਂ ਕੱਢ ਕਰਨਾ ਸੀ। ਉਹਨੇ ਕਿਹਾ ਅਕਾਲੀ ਦਲ ਦੀ ਸਟੇਜ ਹੈ। ਵੱਡੇ ਬਾਦਲ ਨੇ ਫਿਰ ਕਿਹਾ ਹੋਊਗਾ ਇਹ ਕਰਦਾ, ਇਹ ਜਿਹਾ ਕੰਮ ਨਹੀਂ ਕਰਨਾ ਹੈ, ਫੱਟੀ ਭੁੱਜੂਗੀ। ਇਹ ਉਹੀ ਅਸਰ ਚਲਾਉਣ ਲੱਗਿਆ ਸੀ। ਇਹ ਜਾਂ ਤਾਂ ਹਿੰਦੂ ਵੀ ਨਹੀਂ ਚਲਾਉਂਦੇ ਅਸਰ, ਜਿਹੜਾ ਇਹ ਚਲਾਉਣ ਲੱਗਿਆ ਸੀ ਉਹ ਵੀ ਉਹ ਪਬਲਿਕ ਨੂੰ ਭਜਣਾ ਤੇ ਝੂਮਣ ਲਾਉਂਦੇ ਨੇ। ਇਹਨੂੰ ਕੀ ਪਤਾ ਧਰਮ ਕੀ ਹੁੰਦਾ? ਇਹ ਕੀ ਜਾਣਦਾ ਧਰਮ ਕੀ ਹੈ? ਬਾਦਲ ਤਾਂ ਖਜਰਾ, ਉਹ ਤਾਂ ਜਾਣਦਾ ਧਰਮ ਕੀ ਹੈ, ਉਹ ਤਾਂ ਸਮਝਦਾ ਸਾਰੀ ਗੱਲ। ਇਹਨਾਂ ਸਾਰਿਆਂ ਦੀਆਂ ਕਮਜ਼ੋਰੀਆਂ ਵੀ ਜਾਣਦਾ। ਧਾਰਮਿਕਾਂ ਦੀਆਂ ਗੋਲਕ ਤੇ ਨਿਗਾਹ ਵੀ ਨਹੀਂ ਰੱਖਦਾ ਆਪਣੀ। ਗੋਲਕ ਨੂੰ ਛੱਡੇ ਹੋਏ ਨੇ ਕੁੱਤੇ ਬਿੱਲੇ ਖਾਈ ਜਾਣ, ਉਹਨੇ ਕੀ ਲੈਣਾ? ਟੌੜਾ ਵੀ ਐਵੇਂ ਰੱਖਦਾ ਸੀ ਵੀ ਖਾਈ ਜਾਓ ਤੁਸੀਂ, ਮੈਂ ਕੀ ਲੈਣਾ? ਗੋਲਕ ਖਾਈ ਜਾਓ, ਮੇਰੇ ਪਿੱਛੇ ਰਹੋ। ਉਹਦੇ ਕੋਲ ਹੋਰ ਬਥੇਰਾ ਕੁਛ ਖਾਣ ਨੂੰ, ਉਹਨੇ ਤੇ ਕੀ ਲੈਣਾ ਗੋਲਕ ਤੇ? ਉਹ ਜਾਣਦਾ ਵੀ ਗੋਲਕ ਦਾ ਪੈਸਾ ਮਾੜਾ। ਹੋਰ ਗੋਲਕ ਦਾ ਪੈਸਾ ਜਿਹੜਾ ਸੰਖਿਆ, ਉਹ ਫੀਮ ਖਾਊਗਾ। ਸੰਖਿਆ ਕਾਹਦੇ ਖਾਵੇ? ਸੰਖਿਆ ਕਿਉਂ ਖਾਵੇ? ਐਡਾ ਨਿਆਣਾ ਕਿਤੇ ਉਹਦੇ ਕੋਲ ਬਥੇਰਾ ਕੁਛ। ਜਿਹੜੇ ਗੋਲਕ ਦੀ ਗੱਲ ਕਰਦੇ ਨੇ ਐਵੇਂ ਇਲਜ਼ਾਮ ਲਾਉਂਦੇ ਨੇ ਉੱਥੇ। ਗੋਲਕ ਉਹਨੂੰ ਲੋੜ ਨਹੀਂ ਹੈ ਗੋਲਕ ਦੀ, ਐਡਾ ਨਿਆਣਾ ਵੀ ਨਹੀਂ ਹੈ ਉਹ। ਗੰਧਰਵ ਅਸਤਰ ਲੈ ਕਾਲ ਭਗਾਇਓ। ਗੰਧਰਵ ਅਸਤਰ ਲੈ, ਉਹਨੇ ਗੰਧਰਵ ਅਸਤਰ ਮਾਰਿਆ ਕੱਢ ਕੇ। ਗੰਧਰਵ ਅਸਤਰ ਕੀ ਹੈ? ਰਾਗੀ ਪੈਦਾ ਕਰਤੇ। ਕੀਰਤਨੀ ਲੈਂਦੇ ਪੂਰੇ।
ਕੀਰਤਨ ਗੰਧਰਵ ਬਸਤਰ ਲੈ ਕਾਲ ਬਗਾਇਓ। ਕਾਲੇ ਗੰਧਰਵ ਅਸਤਰ ਗੁਰੂ ਘਰ ਨੇ ਕੀਰਤਨ ਤਾਂ ਹੀ ਵਾੜਿਆ ਹੋਇਆ ਸਾਡੇ 'ਚ। ਇੰਨਾ ਹੀ ਹੈ ਕੀਰਤਨ ਦਾ ਮਤਲਬ ਵੀ ਸਾਡੇ ਤੇ ਆ ਅਸਤਰ ਨਾ ਚੱਲ ਜਾਏ। ਜੱਛ ਵਾਲਾ ਅਸਤਰ ਰੋਕਣ ਵਾਸਤੇ ਕੀਰਤਨ ਹੈ, ਹੋਰ ਕੁਛ ਨਹੀਂ ਹੈ। ਪਿਆਰ ਨਹੀਂ ਪੈਦਾ ਹੁੰਦਾ ਉਹਨਾਂ ਤੋਂ। ਆਹ ਤਾੜੀ ਵਾਲਾ ਅਸਤਰ ਨਾ ਆਵੜੇ ਸਾਡੇ ਘਰ। ਜਿਹੜਾ ਤਾੜੀ ਮਾਰਦੇ ਨੇ ਨਾ, ਝੂਮਦੇ ਨੇ, ਇਹ ਨਾ ਆਵਣ। ਇਹ ਤਾਂ ਕੀਰਤਨ ਸੀ ਸ਼ੁਰੂ ਕੀਤਾ। ਐ ਸੰਗਤ ਸ਼ਾਂਤ ਹੋ ਕੇ ਸੁਣੂਗੀ। ਜਿਹੜੇ ਕੀਰਤਨ ਕਰਨਗੇ ਉਹ ਸ਼ਾਂਤ ਹੋ ਕੇ ਕੀਰਤਨ ਕਰਨਗੇ, ਸੰਗਤ ਸ਼ਾਂਤ ਹੋ ਕੇ ਸੁਣੂਗੀ ਬੈਠ ਕੇ। ਇਹ ਤੋਂ ਗਾਹਾਂ ਨਹੀਂ ਕੋਈ ਵੱਧ ਸਕਦਾ ਸਾਡੀ ਸੰਗਤ ਦੇ ਵਿੱਚ। ਜੇ ਨਾ ਹੁੰਦਾ ਇਹ ਕੀਰਤਨ ਗੁਰਦੁਆਰਿਆਂ 'ਚ, ਤਾਂ ਇਹ ਸੰਤਾਂ ਨੇ ਆਪਣੇ ਡੇਰਿਆਂ ਤੇ ਸ਼ੁਰੂ ਕਰ ਲੈਣਾ ਸੀ। ਗੁਰਦੁਆਰਿਆਂ ਨੂੰ ਛੱਡ ਕੇ ਡੇਰੇ ਨੇ ਸੰਤਾਂ ਦੇ ਨਾ, ਉੱਥੇ ਸ਼ੁਰੂ ਕਰ ਲੈਣਾ ਸੀ। ਧਾਰਨਾ ਲਾ ਕੇ ਨੱਚਣ ਸ਼ੁਰੂ ਕਰ ਲੈਣਾ ਸੀ। ਉਹਨਾਂ ਦੀ ਰੀਸ ਇਹ ਉਹਨਾਂ ਦਾ ਆ ਬੰਦ ਕਰਨ ਨੂੰ ਕੀਰਤਨ, ਹੋਰ ਕੁਛ ਨਹੀਂ ਹੈ ਕੀਰਤਨ ਦਾ ਮਤਲਬ। ਜਿਹੜੇ ਕੀਰਤਨ ਦਰਬਾਰ ਨੇ ਨਾ, ਇਹਨਾਂ ਦਾ ਹੋਰ ਮਤਲਬ ਕੁਛ ਨਹੀਂ ਹੈ। ਮਿਰਦਾ ਚ ਕੁਛ ਨਹੀਂ ਹੈ। ਹਾਂ, ਗੁਰਬਾਣੀ ਦੇ ਕੋਈ ਸ਼ਬਦ ਯਾਦ ਹੋ ਜਾਣਗੇ। ਇਹ ਉਹ ਰੋਕਣ ਵਾਸਤੇ ਹੀ ਹੈ। ਅਗਰ ਗੰਧਰਵ ਅਸਤਰ ਹੈ ਤਾਂ ਸਹੀ। ਗੰਧਰਵ ਅਸਤਰ ਕਾਹਦੇ ਵਾਸਤੇ ਹੈ? ਉਹ ਜਿਹੜਾ ਅਸਤਰ ਧੂਆ ਹੈ ਨਾ, ਜੱਛ ਅਸਤਰ ਨੂੰ ਰੋਕਣ ਵਾਸਤੇ ਗੰਧਰਵ ਅਸਤਰ ਹੈ ਸਾਡਾ। ਕਿ ਸਾਡੇ ਜੋ ਪਰੰਪਰਾ ਜੱਛਾਂ ਵਾਲੀ ਨਾ ਆਵੜੇ, ਵਾਇਨ ਚੇਲੇ ਨੱਚਣ ਗੋਰ ਵਾਲੀ ਪਰੰਪਰਾ ਨਾ ਆਵੜੇ। ਪੈਰ ਹਲਾਇਨ ਫੇਰਨ ਸਿਰ, ਉੱਡ ਰਾਵਾਂ ਝਾਟੇ ਪਾਏ, ਇਹਨੂੰ ਰੋਕਣ ਵਾਸਤੇ ਹੈ ਇਹ ਨਾ ਪਰੰਪਰਾ ਆਵੜੇ। ਇਹਦੇ ਵਾਸਤੇ ਜੇ ਕੀਰਤਨ ਸੁਣਨਾ ਹੈ, ਇਹਨਾਂ ਨੇ ਗਾਉਣਾ ਵਜਾਉਣਾ ਸੁਣਦੇ ਆਦੀ ਨੇ ਲੋਕ, ਤਾਂ ਇੱਥੇ ਤੱਕ ਹੀ ਸੀਮਤ ਹੈ ਸਾਡਾ ਕੀਰਤਨ ਤੱਕ। ਇਹ ਤੋਂ ਗਾਹਾਂ ਨਹੀਂ ਵੱਧ ਸਕਦੇ। ਇੱਕ ਰੇਖਾ ਖਿੱਚੀ ਰਾਮਕਾਰ, ਉਦੋਂ ਅੱਗੇ ਨਹੀਂ ਜਾ ਸਕਦੇ। ਤੁਸੀਂ ਸੁਣੋ ਬਹਿ ਕੇ ਕੀਰਤਨ ਸੁਣੋ। ਹਾਂਜੀ। ਤੇ ਦੋ ਆਪ ਵੀਰ ਲੜ ਮਰੇ। ਬਾਏ ਦੋਏ ਲੜਕੇ ਮਰ ਗਏ ਆਪਸ ਵਿੱਚ ਹੀ, ਗਾਉਣੇ ਵਾਲੇ ਔਰ ਵਜਾਉਣੇ ਵਾਲੇ। ਉਹ ਕਿਉਂ ਨਹੀਂ ਕਹਾਂ ਵਧਣ ਦਿੰਦੇ? ਉੱਥੇ ਕਿਉਂ ਨਹੀਂ? ਉੱਥੇ ਕਿਉਂ ਹੈ? ਇਹ ਆਪ ਦੋਏ ਲੜਦੇ ਰਹਿਣ। ਉੱਥੇ ਅਸਤੋਸ ਦੀ ਲੋੜ ਨਹੀਂ ਹੈ। ਉਹ ਜਿਹੜਾ ਪਹਿਰੇਦਾਰ ਰੱਖਿਆ ਨਾ ਗੇਟ ਤੇ, ਉਹੀ ਸੁਰੱਖਿਆ ਗਾਰਡ ਹੈ ਬਥੇਰਾ, ਜਿਹੜੇ ਬਾਹਰੋਂ ਆਊਗਾ ਉਹਦੇ ਵਾਸਤੇ। ਉਹਨੂੰ ਹੈਗਾ ਵੀ ਜੇ ਨਾ ਕੋਈ ਰੁਕੇ ਤਾਂ ਗੋਲੀ ਮਾਰਦੀ। ਉਹ ਜਿਹੜੇ ਬਾਹਰ ਹੁੰਦੇ ਨੇ ਸੁਰੱਖਿਆ ਘੇਰੇ ਵਾਲੇ, ਉਹਨਾਂ ਨੂੰ ਹੁਕਮ ਹੈ ਗੋਲੀ ਮਾਰਦਾ ਜੇ ਕੋਈ ਨਾ ਰੁਕੇ। ਉਹਨਾਂ ਨੂੰ ਅਖਤਿਆਰ ਹੈ, ਜੇ ਨਾ ਰੁਕੇ ਉਹ ਗੋਲੀ ਮਾਰ ਸਕਦੇ ਨੇ। ਉਹਨੂੰ ਕਾਹਦੇ ਖਾਤਰ ਦਿੱਤੇ ਨੇ ਹਥਿਆਰ? ਇਸ ਕਰਕੇ ਬਾਹਰੇ ਪਹਿਰੇਦਾਰ ਹੈ ਜਿਹੜਾ, ਉਹਨੂੰ ਅਖਤਿਆਰ ਪੂਰੇ ਨੇ। ਇਹ ਜਿਹੜੇ ਅਸਤਰ ਹੈ ਗੰਧਰਵ ਨੇ, ਇਹਨਾਂ ਕੋਲ ਅਸਤਰ ਇਹ ਹੈ, ਉੱਥੇ ਰੁਕ ਦੇਣਾ ਇਹਨਾਂ ਨੇ। ਹਾਂਜੀ। ਟੁਕ ਟੁਕ ਹਵੈ ਭੂਮ ਪਰ ਪੁਨ ਝਰੇ। ਬਟ ਟੁਕ ਟੁਕ ਕਰਕੇ ਦੋਏ ਝੜ ਗਏ, ਦੋਏ ਆਪਣਾ ਸਬੂਤ ਕਰਦੇ ਨੇ। ਨੱਚਣ ਕੁੱਦਣ ਮਨ ਕਾ ਚਾਓ, ਉਹ ਕੀਰਤਨ ਦੇ ਵਿੱਚ ਸਾਬਤ ਕਰਦੇ ਨੇ ਵੀ ਇਹ ਚੋਂ ਕੁਝ ਮਿਲਦਾ ਹੈ। ਅਸੀਂ ਜੋ ਕੁਝ ਕੀਰਤਨ ਕਰਦੇ ਹਾਂ ਤਾਂ ਕੁਝ ਅਰਥ ਹੈ। ਤੁਹਾਡੇ ਦਾ ਅਰਥ ਦੱਸੋ ਕੀ ਹੈ? ਤੁਸੀਂ ਆਪਣੇ ਦੱਸੋ, ਜੋ ਤੁਸੀਂ ਗਾਉਂਦੇ ਹੋ, ਕੀਰਤਨ ਕਰਦੇ ਹੋ, ਕਿਹਦਾ ਕਰਦੇ ਹੋ, ਕੀ ਤੁਹਾਨੂੰ ਮਿਲਦਾ ਉਹ ਚੋਂ, ਕੀ ਉਹਦਾ ਅਰਥ ਹੈ? ਇਹ ਦੋਏ ਥੱਲੇ ਦੇ ਲੈਵਲ ਤੇ ਟੁੱਕ ਆਪਸ ਵਿੱਚ ਹੀ ਲੜ ਕੇ ਮਰ ਗਏ। ਜਿੱਤ ਕਿਹਦੀ ਹੋਈ? ਜਿੱਤ ਫਿਰ ਵੀ ਕੀਰਤਨ ਵਾਲੇ ਦੀ ਹੋਣੀ ਹੈ। ਜਿੱਤ ਕੀਰਤਨ ਵਾਲੇ ਦੀ ਹੋਣੀ ਹੈ। ਚਾਰਨਾ ਅਸਤਰ ਜਬ ਅਸਰੜ ਸੰਧਾਨਾ। ਚਾਰਣਾ ਅਸਤਰ ਹੈ। ਅਸਰਾਂ ਨੇ ਚਾਰਣ ਅਸਤਰ ਫਿਰ ਰੱਖਿਆ। ਚਾਰਣ ਅਸਤਰ ਕੀ ਹੈ? ਆਹੀ ਹੈ ਜਿਹੜੀ ਰਹਿਤ ਮਰਿਆਦਾ, ਹੋਰ ਕਾਹਦੀ ਹੈ? ਚਾਰਨਾ ਤਾਂ ਰਹਿਤ ਮਰਿਆਦਾ ਹੀ ਹੈ। ਅਚਰਨ ਤੜਕੇ ਉੱਠਣਾ, ਕੋਈ ਕਹਿੰਦਾ ਮੈਂ ਕੇਸੀ ਇਸ਼ਨਾਨ ਕਰਦਾ, ਕੋਈ ਮਾਲਾ ਫੇਰਦਾ, ਕੋਈ ਕੁਛ ਕਰਦਾ। ਫਿਰ ਇਹਦੇ ਤੇ ਆ ਗਏ। ਇਹ ਰਾਗੀ ਰੱਖਦੇ ਨਹੀਂ ਹੁੰਦੇ ਇਹ ਜਿਹਾ ਕੁਛ। ਅੱਗੇ ਜਿਹੜੇ ਸੰਤ ਸੀ ਹਿੰਦੂਆਂ ਦੇ, ਉਹ ਵੀ ਕਹਿੰਦੇ ਸੀ ਵੀ ਜਿਹੜਾ ਸੰਤ 1008 ਹੈ, 108 ਹੈ, ਉਹ ਅਲੱਗ ਹੈ। ਜਿਹੜਾ 1008 ਹੈ, ਉਹਨੂੰ ਆ ਜਿਹੜਾ ਰੋਜ਼ ਕਿਰਿਆ ਕਰਮ ਹੈ, ਇਹਦੀ ਲੋੜ ਨਹੀਂ ਫਿਰ ਰਹਿੰਦੀ। ਉਹਨੂੰ ਮਾਲਾ ਫੇਰਨ ਦੀ ਲੋੜ ਨਹੀਂ। ਜਿਹੜਾ ਪਹਿਲਾ ਕਿਰਿਆ ਕਰਮ ਉਹਨੂੰ ਉਹਦੀ ਲੋੜ ਨਹੀਂ ਹੈ। ਉਹਨੇ ਉਹ ਕੰਮ, ਉਹਦਾ ਕੋਰਸ ਪੂਰਾ ਹੋ ਗਿਆ।
ਉਹਨੇ ਸਕੂਲ ਛੱਡ ਦਿੱਤਾ। ਉਹ ਪੜ੍ਹਾਉਣ ਵਾਲਾ, ਪੜ੍ਹਨ ਵਾਲਾ ਨਹੀਂ। ਜਿਵੇਂ ਖਾਲਸਾ ਜਿਹੜਾ ਜਿਹਨੇ ਜਾਣ ਲਈ ਪ੍ਰੇਮਾ ਭਗਤੀ, ਉਹਦੀ ਡਿਊਟੀ ਹੋਰ ਹੈ। ਉਹਦੀ ਇਹ ਡਿਊਟੀ ਜੋ ਤੂੰ ਚਲਾਏ ਤੇ ਮੈਂ ਚੱਲਾਂ ਸਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਉਹ ਚਾਰ ਪਦਾਰਥ ਆਣਿਆਂ ਚ ਆ ਜਾਂਦੇ ਨੇ। ਅਸੀਂ 108 ਵਾਲਿਆਂ ਨੂੰ ਪੜ੍ਹਾਉਣ ਵਾਲੇ ਹਾਂ। ਇੱਕ ਗੁਰ ਨੇ, ਇੱਕ ਗੁਰ ਹਾਈ ਨੇ। ਗੁਰ ਹਾਈ ਜਿਹੜੇ ਗੁਰਦੇਵ ਨੇ, ਉਹਨਾਂ ਦੇ ਵੀ ਗਾਹਾਂ ਗੁਰੂ ਨੇ। ਗੁਰ ਹਾਈ ਹੈ ਉਹਦੇ ਵਾਸਤੇ ਲਫ਼ਜ਼ ਗੁਰ ਹਾਈ ਵਰਤਿਆ, ਗੁਰੂ ਨਹੀਂ ਵਰਤਿਆ ਉਹਦੇ ਵਾਸਤੇ ਵੀ ਲਫ਼ਜ਼। ਸਭ ਕੀ ਮਤ ਮਿਲ, ਸਭ ਕੀ ਮਤ ਮਿਲ, ਕੀਮਤ ਭਾਈ, ਕਹਿਣ ਨਾ ਜਾਈ ਤੇਰੀ ਤਲਵੜਿਆਈ। ਉੱਥੇ ਗੁਰ ਹਾਈ ਜਿਹੜੇ ਇੱਕ 108 ਨੇ, ਇੱਕ 1008 ਨੇ। ਉਹ 1008 ਵਾਲੇ ਨੇ ਜਿਹੜੇ ਗੁਰ ਹਾਈ ਨੇ, ਵੱਡੇ ਗੁਰੂ ਨੇ। ਉਹ ਕਹਿੰਦੇ ਉਹਨਾਂ ਨੂੰ ਲੋੜ ਰਹਿਤ ਮਰਿਆਦਾ ਦੀ ਨਹੀਂ ਹੁੰਦੀ। ਜਿਹੜੀ ਰਹਿਤ ਮਰਿਆਦਾ ਹੈ ਕਰਮਕਾਂਡ ਹੈ, ਕਰਮਕਾਂਡ ਹੀ ਅਸਲ ਦੇ ਵਿੱਚ ਇਹ ਕਰਮਕਾਂਡ ਤੇ ਗੱਲ ਲਿਆਂਦੀ ਉਹਨਾਂ ਨੇ। ਉਹ ਤਾਂ ਜੀ ਆਹ ਜਿਵੇਂ ਸ਼ੁਰੂ ਚ ਅਸੀਂ ਉਹ ਜਾਂਦੇ ਗੁਰਦੁਆਰੇ, ਉਹਨਾਂ ਨੇ ਕਿਹਾ ਜੀ ਇਹ ਤਾਂ ਉਹ ਵੈਸੇ ਇੱਥੇ ਗੱਲ ਆਊਗੀ ਵੀ ਇਹ ਜਾ ਕੇ ਜਿਹੜੀ ਸੰਗਤ ਆਉਂਦੀ ਹੈ ਬਾਹਰੇ ਬਹਿ ਜਾਂਦੀ ਹੈ ਕਮਰੇ 'ਚ, ਗਾਹਾਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ। ਉਹ ਕਰਮਕਾਂਡ ਦੇ ਵਿੱਚ ਹੈ। ਗੁਰਬਾਣੀ ਤਾਂ ਕਹਿੰਦੀ ਅਸੀਸ ਨਵਾਈਏ ਕਿਆ ਥੀਏ ਜਰੇ ਦੇ ਕੋ ਸਿੱਧਾ ਜਾਏ। ਗੁਰਬਾਣੀ ਤਾਂ ਨਹੀਂ ਕਹਿੰਦੀ ਵੀ ਰੋਜ਼ ਰੋਜ਼ ਮੱਥਾ ਟੇਕੋ ਜਾ ਕੇ। ਉਹ ਇੱਕ ਬੜਾ ਚੰਗਾ ਸੀ ਉਹ ਬੰਦਾ, ਉਹ ਪੜ੍ਹਿਆ ਲਿਖਿਆ, ਬੈਂਕ ਦੇ ਵਿੱਚ ਮੈਨੇਜਰ ਵੀ ਸੀ। ਉਹ ਰੋਜ਼ ਸੁਣਦਾ ਵੀ ਬਹਿ ਕੇ, ਮੈਨੂੰ ਕਹਿਣ ਲੱਗਾ ਵੀ ਐਂ ਕਹਿੰਦੇ ਨੇ। ਉਹ ਮੈਂ ਕਿਹਾ ਵੀ ਅਸੀਂ ਤਾਂ ਇੱਕ ਵਾਰ ਮੱਥਾ ਟੇਕਿਆ ਸੀ, ਮੁੜ ਕੇ ਸਿਰ ਚੱਕਿਆ ਹੀ ਨਹੀਂ। ਉਹ ਕਹਿੰਦਾ ਵਾ ਗੱਲ ਖਤਮ ਹੋ ਗਈ। ਉਹਦੇ ਕੋਲ ਸੁਨੇਹਾ ਭੇਜਿਆ ਸੀ। ਉਹ ਕਹਿੰਦਾ ਆ ਜਵਾਬ ਆ ਤੁਹਾਡੇ ਪਤੰਦਰ ਦਾ, ਹੁਣ ਦੱਸੋ ਤੁਸੀਂ ਕਦੇ ਮੱਥਾ ਟੇਕਣ ਨਹੀਂ ਸਾਰੀ ਜ਼ਿੰਦਗੀ, ਜਦੇ ਸਿਰ ਚੱਕ ਲੈਂਦੇ ਹੋ ਤੁਸੀਂ ਗੁਰੂ ਕੋ ਦੇ ਕੇ, ਤੁਸੀਂ ਚੱਕਦੇ ਕਿਉਂ ਸਰ? ਉਹ ਕਹਿੰਦਾ ਮੈਂ ਤਾਂ ਚੱਕਿਆ ਹੀ ਨਹੀਂ, ਮੁੜ ਕੇ ਮੈਂ ਦੁਬਾਰਾ ਟੇਕਾਂਗੀ। ਸਿਰ ਤਾਂ ਗੁਰੂ ਦਾ, ਮੇਰਾ ਹੈ ਹੀ ਨਹੀਂ। ਮੈਂ ਟੇਕਦਾ ਜਾਂ ਨਾ ਟੇਕਦਾ ਇਹਦੇ 'ਚ ਕੀ ਫਰਕ ਪਊਗਾ? ਕੀ ਫਰਕ ਹੈ ਇਹਨਾਂ ਲੋਕਾਂ ਨੂੰ? ਇੱਕ ਗੱਲ ਮੰਨੀ ਹੋਈ ਦਿਖਾਉਣ ਮੈਨੂੰ ਗੁਰੂ ਦੀ, ਕਿਹੜੀ ਗੱਲ ਮੰਨੀ ਇਹਨਾਂ ਨੇ? ਬਸ ਚੁੱਪ। ਕੋਈ ਜਵਾਬ ਦਿਓ ਜਾ ਕੇ ਵੀ ਇੱਕ ਗੱਲ ਮੰਨੀ ਹੋਈ ਤਾਂ ਦਿਖਾਓ ਤੁਸੀਂ, ਕੋਈ ਮੰਨੀ ਹੈ। ਅਰਦਾਸ ਕੀ ਕਰਦੇ ਹੋ ਆ ਕੇ, ਕੀ ਮੰਗਦੇ ਹੋ ਆ ਕੇ? ਜਿਹੜੀਆਂ ਗੱਲਾਂ ਗੁਰਬਾਣੀ ਨਹੀਂ ਕਹਿੰਦੀ ਉਹ ਮੰਗਦੇ ਹੋ ਤੁਸੀਂ। ਆਪਣੇ ਮਤਲਬ ਨੂੰ ਟੇਕਦੇ ਹੋ ਮੱਥਾ, ਗੁਰੂ ਨਹੀਂ ਟੇਕਦੇ, ਮਤਲਬ ਨੂੰ ਮੱਥਾ ਟੇਕਦੇ ਹੋ ਤੁਸੀਂ। ਥੋੜਾ ਤਾਂ ਮਤਲਬ ਨੇ ਉਹਨਾਂ ਨੂੰ ਟੇਕਦੇ ਹੋ, ਗੁਰੂ ਨੂੰ ਸਿਰ ਨਹੀਂ ਸੌਂਪਿਆ ਹੋਇਆ ਤੁਸੀਂ। ਹਾਂਜੀ। ਚਾਰਨ ਉਪਜ ਠਾਂਡ ਭੇ ਨਾਨਾ, ਹਾਂ ਚਾਰਨ ਅਸਰ ਜਬ ਅਸਰ ਸੰਧਾਨਾ। ਠਾੜ ਪੈ ਨਾਨਾ ਕਰਨਾ ਉਹ ਕਰਮਕਾਂਡੀ ਤਾਂ ਜਿੰਨੇ ਮਰਜ਼ੀ ਪੈਦਾ ਕਰ ਲੈ। ਚਾਰਨ ਉਪਜ ਠਾਂਡ ਭੇ ਨਾਨਾ, ਕਰਮਕਾਂਡੀ ਉਹ ਕਰਮਕਾਂਡੀ ਪੈਦਾ ਕਰਤੇ। ਸਾਰੇ ਕਰਮਕਾਂਡੀ ਉਹਨੇ ਸਾਡੇ, ਹੋਰ ਕੀ ਹੈ? ਸਾਰੇ ਸੇ ਕਰਮਕਾਂਡੀ ਉਹਨੇ। ਸਾਜਰੇ ਉੱਠਣਾ, ਪੰਜ ਬਾਣੀਆਂ ਦਾ ਪਾਠ ਕਰਨਾ। ਜੇ ਪਾਠ ਨਹੀਂ ਕੀਤਾ ਤਾਂ ਸਾਡਾ ਜੀ ਨਹੀਂ ਲੱਗਦਾ। ਕਰਮਕਾਂਡੀ ਪੈਦਾ ਕਰਤੇ, ਕਰਮਕਾਂਡੀ ਉਹ ਕਰਮਕਾਂਡੀ ਪੈਦਾ ਕਰਤੇ। ਇਹ ਬੜੇ ਸੌਖੇ ਨੇ ਪੈਦਾ ਕਰਨੇ। ਕਰਮਕਾਂਡੀ ਉੱਠ ਖੜੇ, ਕਰਮਕਾਂਡੀ ਜਦ ਇਹ ਕਹਿੰਦਾ ਇਹ ਤਾਂ ਜੀ ਪੰਜ ਬਾਣੀਆਂ ਦਾ ਪਾਠ ਹੀ ਨਹੀਂ ਕਰਦੇ, ਇਹ ਤਾਂ ਬਾਣੀ ਪੜ੍ਹਨ ਦੇ ਹਟਾਉਂਦੇ ਨੇ। ਤਾਂ ਕਹਿੰਦੇ ਨੇ ਜੇ ਬਾਣੀ ਪੜ੍ਹਦਾ ਕੋਈ ਫਾਇਦਾ ਹੀ ਨਹੀਂ ਹੈ ਜੇ ਸਮਝ ਵਿਚਾਰ ਨਹੀਂ ਕਰਦੇ। ਇਹ ਤਾਂ ਨਹੀਂ ਕਿਹਾ ਵਿਚਾਰ ਕਰਨ ਵਾਲੀ ਤਾਂ ਗੱਲ ਛੱਡਤੀ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਇੰਨੀ ਗੱਲ ਲੈ ਕੇ ਇਹ ਤਾਂ ਬਾਣੀ ਪੜ੍ਹਨ ਦੇ ਹਟਾਉਂਦੇ। ਅੱਗੇ ਵਾਲੀ ਗੱਲ ਛੱਡਦੀ ਵੀ ਜੇ ਵਿਚਾਰ ਨਹੀਂ ਕਰਦੇ, ਮੰਨਦੇ ਨਹੀਂ, ਸਮਝਦੇ ਨਹੀਂ। ਸੁਣਿਆ ਮੰਨਿਆ, ਮਨ ਸੁਣੇ ਦੀ ਗੱਲ ਕੱਲ ਨਹੀਂ, ਪੜ੍ਹਨ ਦੀ ਸੁਣਨ ਦੀ। ਮੰਨੇ ਯਾਰ ਮਨ ਕੀਤਾ ਭਾਉ ਛੱਡਤੀ, ਅਗਲੇ ਨਹੀਂ ਗੱਲ ਕਰਦੇ। ਫਿਰ ਕਰਮਕਾਂਡੀ ਨੇ। ਹਾਂ ਸਿੱਧ ਅਸਤਰ ਅਸ ਤੁਜ ਤਬ ਛੋਰਾ, ਸਿੱਧਾ ਅਸਤਰ ਛੱਡਿਆ ਫਿਰ ਉਹਨੇ ਕਰਮਕਾਂਡੀਆਂ ਤੇ। ਬਈ ਬੁੱਧੀ ਅਕਲ ਦੱਸੋ ਕਿਹਦੇ ਕੋਲ ਹੈ? ਗੁਰਬਾਣੀ ਕੀ ਕਹਿੰਦੀ ਹੈ ਦੱਸੋ? ਪਤਾ ਹੈ? ਪੰਜ ਬਾਣੀਆਂ ਦਾ ਪਾਠ ਕਰਦੇ ਹੋ, ਪੰਜ ਬਾਣੀਆਂ ਦੀ ਸਿੱਖਿਆ ਦੱਸੋ, ਇੱਕ ਪੌੜੀ ਦੀ ਸਿੱਖਿਆ ਦੱਸ ਦਿਓ। ਸਿੱਖਿਆ ਕੋਲ ਹੈ ਨਹੀਂ। ਸਿੱਧ ਅਸਤਰ ਹੈ, ਸਮਝ ਦਾ ਅਸਤਰ, ਅਕਲ ਦਾ ਅਸਤਰ। ਕੀ ਤੁਸੀਂ ਸਿੱਖਿਆ ਗੁਰਬਾਣੀ ਤੋਂ? ਤੁਸੀਂ ਕਹਿੰਦੇ ਅਸੀਂ ਸਿੱਖਾਂ,
ਦੱਸੋ ਕੀ ਸਿੱਖਿਆ ਅੱਜ ਤੱਕ? ਕੋਈ ਸਕੂਲ ਕਾਲਜ ਜਾਂਦਾ ਪੜ੍ਹਦਾ, ਕੁਝ ਪੜ੍ਹ ਕੇ ਆਉਂਦਾ। ਅੱਜ ਮੈਂ ਆਹ ਪੜ੍ਹ ਕੇ ਆਇਆ, ਸਾਲ ਦੀ ਪੜ੍ਹਾਈ ਦਾ ਇਮਤਿਹਾਨ ਦਿੰਦਾ। ਤੁਸੀਂ 20-20 ਸਾਲ ਹੋ ਗਏ ਗੁਰਦੁਆਰੇ ਜਾਂਦੇ, ਦੱਸੋ ਕੀ ਸਿੱਖਿਆ ਅੱਜ ਤੱਕ? ਗੁਰਬਾਣੀ ਦਾ ਸਿਲੇਬਸ ਹੈ ਬਹੁਤ ਵੱਡਾ। ਤੁਸੀਂ 2-4 ਪੱਤਰੇ ਪਹਿਲਾਂ ਦੇ ਅਰਥ ਦੱਸ ਦਿਓ। ਚਲੋ ਜਪਜੀ ਸਾਹਿਬ ਕੱਲੇ ਦੇ ਅਰਥ ਦੱਸ ਦਿਓ, 4 ਪੱਤਰੇ ਹੀ ਨੇ। ਪੰਜ ਇੱਕ ਪੌੜੀ ਦੇ ਅਰਥ ਦਾ ਪਤਾ ਨਹੀਂ, ਮੂਲ ਮੰਤਰ ਦੇ ਅਰਥ ਦਾ ਪਤਾ ਨਹੀਂ। ਫਿਰ ਕੀ ਕਰਨ ਜਾਂਦੇ ਹੋ ਭਾਈ ਉੱਥੇ? ਕੀ ਕਰਨ ਜਾਂਦੇ? ਕਰਨ ਕੀ ਜਾਂਦੇ ਹੋ? ਫਿਰ ਚੁੱਪ। ਕਰਮਕਾਂਡ ਨਹੀਂ ਕਹਾਂਗੀ ਦੱਸਣ। ਉਹ ਤੁਹਾਨੂੰ ਤਾਂ ਜੋ ਪੂਰਾ ਮੂਲ ਮੰਤਰ ਦਾ ਹੀ ਪਤਾ ਨਹੀਂ ਕੀ ਹੈ। ਸਾਰੀ ਉਮਰ ਹੋ ਗਈ ਗੁਰਦੁਆਰੇ ਜਾਂਦਿਆਂ ਨੂੰ, ਕੀ ਕਰਨ ਜਾਂਦੇ ਹੋ? ਕੀ ਪੜ੍ਹਿਆ ਤੁਸੀਂ? ਸਿੱਖਿਆ ਕੀ ਲਈ ਹੈ? ਸਿੱਖਿਆ ਮੂਲ ਮੰਤਰ ਦਾ ਅਰਥ ਦੱਸ ਦਿਓ ਜੇ ਸਿੱਖਿਆ। ਅੱਜ ਤਾਈਂ ਮੂਲ ਮੰਤਰ ਦੇ ਅਰਥ ਪਿੱਛੇ ਅੜਦੇ ਹੋਏ ਨੇ ਸਾਰੇ ਹੀ। ਇਹਦਾ ਨਹੀਂ ਪਤਾ ਮੂਲ ਮੰਤਰ ਦੇ ਅਰਥ ਦਾ। ਕਿਉਂ ਤਾਂ ਤੁਸੀਂ ਉਹ ਇੰਨਾ ਜਿਹੜਾ ਬਵੰਡਰ ਖੜਾ ਕੀਤਾ ਹੋਇਆ, ਕਿਉਂ ਤੁਸੀਂ ਆਪ ਪਰੇਸ਼ਾਨ ਹੋ? ਲੋਕਾਂ ਨੂੰ ਸੌਣ ਨਹੀਂ ਦਿੰਦੇ ਤੁਸੀਂ। ਨਿਆਣਿਆਂ ਨੂੰ ਇਮਤਿਹਾਨ, ਗਵਾਂਢੀਆਂ ਦੇ ਗੁਰਦੁਆਰੇ ਦੇ ਨੇੜੇ ਕੋਈ ਘਰ ਨਹੀਂ ਲੈਂਦਾ। ਗੁਰਦੁਆਰੇ ਦੇ ਨੇੜੇ ਘਰ ਕਿਵੇਂ ਲਵੇ? ਤੁਸੀਂ ਸਪੀਕਰ ਲਾ ਦਿੰਦੇ ਹੋ, ਉਹਨਾਂ ਦੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਕੰਨ ਖਾਈ ਜਾਂਦੇ ਹੋ ਤੁਸੀਂ। ਸਿੱਖਿਆ ਤੁਸੀਂ ਕੁਛ ਹੈ ਨਹੀਂ, ਰਿਜ਼ਲਟ ਕੁਛ ਨਹੀਂ। ਕੀ ਕਰਦੇ ਹੋ? ਬੰਦ ਕਰੋ ਇਹਨਾਂ ਨੂੰ। ਬਦਨਾਮੀ ਕਰਾ ਰਹੇ ਹੋ, ਸਾਰੀ ਬਾੜੀ 'ਚ ਬਦਨਾਮੀ ਹੈ ਸਿੱਖਾਂ ਦੀ। ਕੋਈ ਨਹੀਂ ਤੁਹਾਨੂੰ ਸਿੱਖ ਮੰਨਦਾ। ਤੁਸੀਂ ਕਰੀ ਜਾਓ, ਬਕਵਾਸ ਕਰੀ ਜਾਓ ਵੀ ਅਸੀਂ ਸਿੱਖਾਂ। ਸਿੱਖਿਆ ਦੱਸੋ ਕੀ ਹੈ? ਦਿਖਾਓ ਕਿੱਥੇ ਸਿੱਖਿਆ। ਜੇ ਤੁਹਾਡਾ ਰਿਜ਼ਲਟ ਹੈ ਕੁਛ ਨਹੀਂ, ਕਾਲਜ ਬੰਦ ਕਰ ਦਿਓ। ਕੋਈ ਪਾਸ ਹੀ ਨਹੀਂ ਹੋ ਰਿਹਾ, ਕਿਸੇ ਦਾ ਕੋਈ ਇਮਤਿਹਾਨ ਹੀ ਨਹੀਂ ਹੈ। ਕੋਈ ਇਮਤਿਹਾਨ ਦਾ ਸਿਸਟਮ ਹੈ ਤੁਹਾਡਾ? ਸਾਰੇ ਕਾਲਜਾਂ ਸਕੂਲਾਂ 'ਚ ਇਮਤਿਹਾਨ ਹੁੰਦੇ ਨੇ। ਸਿੱਖਿਆ ਇਹ 4 ਸਾਲ ਹੈ ਗੁਰੂ ਦੀ, ਉਹ ਸਿਸਟਮ ਬੰਦ ਹੈ। ਕੀ ਕਰਨ ਨੂੰ? ਇਹ ਸਭ ਪਖੰਡਵਾਦ ਆ, ਕੁਛ ਨਹੀਂ ਹੈ। ਉਹਨੇ ਸਿੱਧਾ ਅਸਰ ਛੱਡਿਆ ਵੀ ਦੱਸੋ ਕੀ ਸਿੱਖਿਆ? ਤਾਤੇ ਮੁਖ ਛਤਰਨ ਕੋ ਤੋਰਾ। ਮੁਖ ਤੋੜਤਾ ਛਤਰਨ ਦਾ, ਮੂੰਹ ਭੰਨ ਕੇ ਰੱਖਤਾ ਸਾਰਿਆਂ ਦਾ। ਭੰਨਤਾ ਨਾ ਮੂੰਹ, ਬੰਦ ਕਰੋ ਇਹਨਾਂ ਨੂੰ। ਕਰੋੜਾਂ ਰੁਪਈਏ ਦਾ ਕੱਲਾ ਕੱਲਾ ਗੁਰਦੁਆਰਾ ਵੇਚ ਕੇ ਇਹਨਾਂ ਨੂੰ ਕੁਝ ਹੋਰ ਕੰਮ ਕਰੋ, ਫੈਕਟਰੀਆਂ ਲਾ ਦਿਓ ਨਿਆਣਿਆਂ ਨੂੰ। ਉਹ ਕਿਹੜਾ ਉਹ ਸਿੱਖੀ ਤੋਂ ਨਿਆਣੇ ਛੱਡ ਕੇ ਕੰਮੇ ਲਾ ਦਿਓ, ਨਸ਼ਿਆਂ ਤੋਂ ਤਾਂ ਬਚ ਜਾਣਗੇ। ਉਹ ਅਰਬਾਂ ਖਰਬਾਂ ਰੁਪਈਏ ਦੇ ਤੁਸੀਂ ਜਾਇਦਾਦਾਂ ਮੱਲੀ ਬੈਠੇ ਹੋ। ਨਿਆਣੇ ਜਿਹੜੇ ਜਾਂਦੇ ਨੇ ਕਹਿੰਦੇ ਇਹ ਜੀ ਸਿੱਖੀ ਤੋਂ ਦੂਰ ਹੋ ਗਏ, ਨਸ਼ੇ ਖਾਣ ਲੱਗ ਗਏ, ਇਹਨਾਂ ਨੂੰ ਕੰਮ ਲਾਓ। ਕੋਈ ਕਾਰਖਾਨੇ ਕੋਈ ਲਾ ਕੇ ਇਹਨਾਂ ਨੂੰ ਕੰਮ ਤੇ ਲਾ ਦਿਓ ਪੈਸੇ, ਜੇ ਬਚਾਉਣੇ। ਰਹਿਣ ਦਿਓ ਡੇਰੇ ਡੂਰਿਆਂ ਨੂੰ, ਢਾਹ ਢੂ ਦਿਓ ਇਹਨਾਂ ਨੂੰ, ਵੇਚ ਬੂਝ ਦਿਓ ਇਹਨਾਂ ਨੂੰ, ਬਚਾ ਲਓ ਜੇ ਬਚਾ ਹੁੰਦੇ ਨੇ। ਨਹੀਂ ਤੁਹਾਨੂੰ ਇਹ ਖਾ ਜਾਣਗੇ, ਇਹ ਤੁਹਾਡੇ ਗਲ ਪੈਣਗੇ। ਇਹ ਬਹੁਤਾ ਚਿਰ ਨਹੀਂ ਲੱਗਣਾ ਜਾਂ ਗਲ ਪੈਣਗੇ। ਇਹ ਸਾਰੇ ਜਾਣਦੇ ਨੇ। ਉਰਗ ਅਸਤਰਲਾ ਅਸੁਰ ਪ੍ਰਹਾਰਾ। ਉਰਗ ਉਰਗ ਅਸਤਰਲਾ ਅਸੁਰ ਪ੍ਰਹਾਰਾ। ਉਰਗ ਅਸਤਰ ਤਾਤੇ ਉਪਜੇ ਸਰਪ ਅਪਾਰਾ। ਉਰਗ ਅਸਤਰ ਚਲਾਇਆ ਉਹਨੇ। ਉਰਗ ਹੁੰਦਾ ਸੱਪ ਪੈਦਾ ਕਰ ਦੇਣ। ਉਰਗ ਅਸਤਰ ਹੈ ਜਿਹਨੇ ਸੱਪ ਪੈਦਾ ਹੋਏ ਨੇ, ਜਿਹਨੇ ਮਾਇਆਧਾਰੀ ਨੇ ਸੱਪ, ਸੱਪ ਨੇ, ਜਿਹਨੇ ਸੰਤ ਨੇ ਸਭ ਸੱਪੇ ਨੇ ਪੈਦਾ ਹੋਏ। ਸੱਪ ਕਹਿੰਦੇ ਨੇ ਜਿਹੜਾ ਮਾਇਆਧਾਰੀ। ਅੰਤਕਾਲ ਜੇ लक्ष्मी सिमरे ऐसी चिंता में जो मरे सर्प जोन बल बल उतर। और का असर छड़िया ये तो मनोकामनावां पूरियां होंदियां ने। और का असर है जो मांगा ठाकुर अपने तो सोई सोई देवे। ਇਹਦਾ ਜਾਂ ਪ੍ਰਚਾਰ ਕੀਤਾ ਨਾ ਉਲਟਾ, ਇਹ ਉਰਗ ਅਸਤਰ ਹੈ। ਇਹ ਜੋ ਕੀ ਪੈਦਾ ਹੋਇਆ ਤਾਂ ਉਪਜੇ ਸਰਪ ਅਪਾਰਾ। ਸੱਪੇ ਪੈਦਾ ਹੋਣਗੇ। ਆ ਜਿਹੜੇ ਹੁਣ ਇੱਕ ਦੂਏ ਦੇ ਲੜਦੇ ਨੇ, ਕਤਲ ਹੁੰਦੇ ਨੇ, ਆ ਹੁਣ ਇਲੈਕਸ਼ਨ 'ਚ ਇਹ ਸੱਪੇ ਨੇ ਇੱਕ ਦੂਏ ਦੇ ਲੜਦੇ, ਡੰਗ ਮਾਰਦੇ ਨੇ ਇੱਕ ਦੂਏ ਦੇ। ਕਾਹਦੇ ਵਾਸਤੇ? ਮਾਇਆ ਵਾਸਤੇ ਲੜਾਈ ਹੈ ਇਹਨਾਂ ਦੀ, ਹੋਰ ਕਾਹਦੇ ਵਾਸਤੇ? ਲੜਾਈ ਤਾਂ ਮਾਇਆ ਵਾਸਤੇ ਹੀ ਆ। ਉਹ ਸੀਟ ਆਊ ਤਾਂ ਮਾਇਆ ਆਊਗੀ, MLA ਆਊ ਤਾਂ ਮਾਇਆ ਆਊਗੀ, ਵਜ਼ੀਰ ਬਣੂਗਾ ਤਾਂ ਮਾਇਆ ਆਊਗੀ।
ਇਹ ਰਾਜ ਕਰੇਗਾ ਖਾਲਸਾ ਬਹੁਤ ਬੜਾ ਔਰਗਾ ਅਸਰ ਹੈ। ਉਹ ਮਿਸਲਾਂ ਵਾਲੇ ਲੜਕੇ ਨਹੀਂ ਮਰੇ ਆਪਸ ਵਿੱਚ ਹੀ, ਇੱਕ ਦੂਜੇ ਦੇ ਡੰਗ ਨਹੀਂ ਮਾਰਦੇ ਰਹੇ। ਬਾਅਦ ਚ ਰਣਜੀਤ ਸਿੰਘ ਤੋਂ ਬਾਅਦ ਕੀ ਹੋਇਆ? ਜਿਹਨੂੰ ਦੁਪਹਿਰੇ ਸਵੇਰੇ ਬਣਾਤਾ ਨਾ, ਦੁਪਹਿਰੇ ਨੂੰ ਮਾਰਤਾ ਹੋ ਰਾਜਾ, ਉਦਣ ਹੀ ਰਾਜਾ ਥਾਪਿਆ, ਉਦਣ ਹੀ ਮਾਰਤਾ। ਇਹ ਜਿਹਾ ਦੌਰ ਆਇਆ ਬਾਅਦ ਚ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ, ਦੁਪਹਿਰੇ ਨੂੰ ਮਾਰਤਾ। ਸਪਨੇ ਹੋ ਮਾਇਆਧਾਰੀ, ਇੱਕ ਦੂਏ ਦੇ ਲੜਨਾ, ਹੋਰ ਕੀ ਦੇ ਲੜਨਗੇ? ਫਿਰ ਇੱਕ ਦੂਏ ਨੂੰ ਖਾਣਗੇ ਸੱਪ। ਜਦ ਭੁੱਖਾ ਹੁੰਦਾ ਸੱਪ ਸੱਪ ਨੂੰ ਖਾ ਜਾਂਦਾ, ਬੜਾ ਸੱਪ ਛੋਟੇ ਨੂੰ ਖਾ ਜਾਂਦਾ। ਇੱਕ ਦੂਏ ਨੂੰ ਖਾਣਾ, ਹੋਰ ਕਿਹਨੂੰ ਖਾਣਾ ਜਿੱਥੇ ਖਾਣ ਨੂੰ ਨਾ ਮਿਲੇ ਕੁਛ? ਬੜਾ ਸੱਪ ਛੋਟੇ ਨੂੰ ਖਾ ਜਾਂਦਾ। ਭੁੱਖ ਜਦ ਹੁੰਦੀ ਹੈ ਸੱਪ ਪੈਦਾ ਕਰਤੇ। ਬੜਾ ਸੰਤ ਕਹਿੰਦਾ ਮੈਂ ਛੋਟੇ ਨੂੰ ਖਾ ਜਾ, ਬੜਾ ਕਾਰਖਾਨੇਦਾਰ ਕਹਿੰਦਾ ਮੈਂ ਛੋਟੇ ਨੂੰ ਖਾ ਜਾ, ਬੜੀ ਮੱਛੀ ਕਹਿੰਦੀ ਮੈਂ ਛੋਟੀ ਨੂੰ ਖਾ ਜਾ। ਇਹ ਜਿਹੜੀ ਮਾਇਆ ਦੀ ਦੌੜ ਹੈ ਸੱਪ ਪੈਦਾ ਕਰਦੀ ਹੈ। ਜੇ ਉਹ ਮਾਇਆ ਦੀ ਦੌੜ ਧਰਮ ਚੋਂ ਪੈਦਾ ਹੋਈ ਹੈ ਨਾ, ਇਹ ਸੱਪ ਪੈਦਾ ਕੀਤੇ ਨੇ। ਕਾਲਸੇ ਵਾਲੇ ਤਾਂ ਇੱਕ ਦੂਜੇ ਨੂੰ ਸੱਪ ਕਹਿੰਦੇ, ਮੈਂ ਦੇਖੇ ਨੇ। ਸੱਪ ਬਣੇਗਾ ਤੂੰ, ਸੱਪ ਇੱਕ ਦੂਜੇ ਨੂੰ ਇਹੀ ਕਹਿੰਦੇ। ਬਸ ਤੁਸੀਂ ਨਾਮਧਾਰੀ ਦੇ ਦੋਏ ਬਣੋਗੇ। ਕੰਨਿਆ ਰਾਸ਼ੀ ਇਹਨਾਂ ਨੇ ਦੋਏ ਮਾਇਆ ਤੇ ਹੀ ਨੇ ਬੈਠੇ। ਇੱਥੇ ਮਾਇਆ ਹੀ ਮਾਇਆ, ਸੰਤ ਨੇ ਮਾਇਆ ਹੀ ਮਾਇਆ, ਸੱਪੇ ਸੱਪ ਨੇ, ਕੁਛ ਨਹੀਂ। ਔਰ ਉਹਦੇ ਹੀ ਡੰਗ ਮਾਰਦੇ ਨੇ ਜਿਹੜਾ ਨੇੜੇ ਆਉਂਦਾ ਇਹਨਾਂ ਦੇ, ਆਪਣੇ ਸੇਵਕ ਦੇ। ਸਰਪਣੀ ਹੋ ਕੇ ਉਤਰਾ ਜਾਏ ਆਪਣੇ ਖਾਏ। ਜਿਹੜਾ ਆਪਣੇ ਸਿੱਖਾਂ ਨੂੰ ਖਾਣਾ ਉਹ ਸੱਪੇ ਨੇ। ਉਹਨਾਂ ਦੇ ਗਿਆਨ ਨੂੰ ਖਾ ਜਾਣਾ, ਉਹਨਾਂ ਦੀ ਬੁੱਧ ਨੂੰ ਖਾ ਜਾਣਾ। ਬਦਲਣੇ ਨਹੀਂ ਦੇਣੀ, ਅੱਗੇ ਹੋਣੇ ਨਹੀਂ ਦੇਣੇ। ਸੱਪ ਨੇ ਸਾਰੇ ਹੀ ਮਾਇਆ ਵਾਸਤੇ, ਇਹ ਸਾਰੇ ਸੱਪ ਨੇ। ਐ ਸੱਪ ਪੈਦਾ ਕੀਤੇ ਨੇ। ਹਾਂਜੀ, ਖਗਪਤੀ ਅਸਤਰ ਤਜਾ ਤਬ ਕਾਲਾ। ਕਾਲ ਨੇ ਫਿਰ ਕੀ ਪੈਦਾ ਕੀਤਾ? ਗੜੜ ਅਸਤਰ, ਗੁਰ ਗਿਆਨ ਗੜੜ ਮੁਖ ਪਾਇਆ। ਖਗਪਤੀ ਅਸਤਰ ਤਜਾ ਤਬ ਕਾਲਾ। ਖਗਪਤੀ ਹੈ, ਖਗਪਤੀ ਗੜੜ ਨੂੰ ਕਹਿੰਦੇ ਨੇ। ਭੱਛ ਗਏ ਨਾਗਨ ਦਰਹਾਲਾ। ਬਸ ਸਾਰੇ ਹੀ ਖਾ ਲਏ, ਸੱਪ ਚੁਗਲੇ ਸਾਰੇ ਹੀ ਫੜ ਫੜ ਕੇ। ਕੱਲਾ ਕੱਲਾ ਚੁਗਤਾ ਸੱਪ। ਗਿਆਨ ਐਸਾ ਗੜੜ ਗਿਆਨ ਆਇਆ, ਐਸਾ ਗਿਆਨ ਆਇਆ ਸੱਚ ਦਾ, ਸਾਰੇ ਹੀ ਸੱਪ ਖਾ ਗਿਆ। ਸਾਰੇ ਸੱਪ ਸ੍ਰੀ ਤੋਂ ਫੜ ਕੇ ਹੀ ਜੋ ਬੋਲਿਆ ਸੀ ਉਹਨਾਂ ਨੇ ਉਹੀ ਸਾਬਤ ਕਰਤਾ ਵੀ ਇਹ ਸੱਪ ਨੇ। ਸਾਰੇ ਹੀ ਜੁਗਤੇ, ਸਾਰੇ ਹੀ ਖਾ ਗਿਆ। ਜਦੋਂ ਇਹ ਕੁਛ ਆ ਜਾਏ ਫਿਰ ਸਵਾਏ ਗੜੜ ਗਿਆਨ ਤੇ ਹੋਰ ਕੋਈ ਇਲਾਜ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਇਹੋ ਜਿਹੀ ਨੌਬਤ ਆ ਜਾਵੇ, ਸੱਪ ਜ਼ਿਆਦਾ ਪੈਦਾ ਹੋ ਜਾਣ, ਜ਼ਿਆਦਾ ਸੱਪ ਪੈਦਾ ਹੋ ਜਾਣ, ਫਿਰ ਗੁਰਮੁਖ ਦੇ ਬਿਨਾਂ ਕੋਈ ਇਲਾਜ ਨਹੀਂ ਹੈ। ਕੋਈ ਭਗਤ ਪੈਦਾ ਹੋਵੇ, ਹੋਰ ਕੋਈ ਇਲਾਜ ਨਹੀਂ। ਕੋਈ ਮੈਦਾਨ ਚ ਆਵੇ, ਕੋਈ ਪਰਮੇਸ਼ਰ ਨੇ ਲਿਆਊਗਾ। ਫਿਰ ਆਹ ਕੁਛ ਹੁੰਦਾ। ਅਸਤੋਜ ਦੀ ਗੱਲ ਹੈ। ਅਸਤੋਜ ਨੇ ਫਿਰ ਆਹ ਕੁਛ ਕੀਤਾ। ਅਸਤੋਜ ਆਪੇ ਗੜੜ ਮੁਖ ਪਾਇਆ। ਗੁਰ ਗਿਆਨ ਗੜੜ ਮੁਖ ਕਿਸੇ ਦੇ ਮੂੰਹ ਚ ਪਾ ਦਿੰਦਾ। ਉਹ ਕਿਸੇ ਦੇ ਮੂੰਹ ਚ ਪਾ ਦੇਵੇ, ਉਹ ਗਿਆਨ ਨਿਕਲਿਆ, ਸਾਰੇ ਹੀ ਸੱਪ ਭੱਛ ਗਿਆ, ਖਾਏ ਗਿਆ। ਭੱਛ ਗਏ ਨਾਗਨ ਦਰਹਾਲਾ। ਫੌਰਨ ਸਾਰੇ ਹੀ ਖਾ ਗਿਆ। ਉਹ ਸਾਰਿਆਂ ਦੀ ਬੋਲਤੀ ਬੰਦ ਹੋ ਗਈ। ਹਾਂਜੀ, ਬਿੱਛੂ ਅਸਤਰ ਦਾਨ ਮੈਂ ਚਲਾਇਓ। ਬਸ ਉਹਨਾਂ ਕੋਲ ਫਿਰ ਬਿੱਛੂ ਅਸਤਰ ਰਹਿ ਜਾਂਦਾ। ਆਪ ਤਾਂ ਚੁੱਪ ਕਰ ਜਾਂਦੇ ਨੇ। ਸੱਪ ਦੇ ਜਿਹੜੇ ਨੇ ਨਾ ਥੱਲੇ ਚੇਲੇ ਠੂਹੇ ਹੁੰਦੇ ਨੇ। ਸੱਪ ਦੇ ਚੇਲੇ ਠੂਹੇ ਹੁੰਦੇ ਨੇ। ਬਿੱਛੂ ਬਿੱਛੂ ਦਾ ਲੜਿਆ ਮਰਦਾ ਤਾਂ ਹੈ ਨਹੀਂ। ਬਹੁ ਵਿਛੂਣ ਤਾਂ ਤੇ ਉਪਜਾਇਓ। ਮਰਦਾ ਤਾਂ ਹੈ ਨਹੀਂ, ਪਰ ਉਹ ਬਿੱਛੂ ਜਿਹਾ ਲੜ ਜਾਂਦਾ ਨਾ, ਪਰੇਸ਼ਾਨ ਜ਼ਰੂਰ ਕਰਦਾ ਥੋੜਾ ਜਿਹਾ।
ਬੜੇ ਬੜੇ ਸੱਪ ਤਾਂ ਬੋਲਣ ਤੇ ਹਟ ਗਏ, ਛੋਟੇ ਛੋਟੇ ਬਿੱਛੂ ਹੁਣ ਬੋਲਦੇ ਰਹਿੰਦੇ ਨੇ ਉੱਥੇ ਇੰਟਰਨੈਟ ਤੇ। ਚੇਲੇ ਨੇ ਜਿਹੜੇ ਉਹਨਾਂ ਦੇ, ਉਹ ਕੋਈ ਕੋਈ ਗੱਲ ਕਰਦੇ ਰਹਿੰਦੇ ਨੇ, ਉਹਨਾਂ ਦਾ ਜਵਾਬ ਮੁੰਡੇ ਦੇਈ ਜਾਂਦੇ ਨੇ, ਉਹਨਾਂ ਦਾ ਜਵਾਬ ਦੇਈ ਜਾਂਦੇ ਨੇ। ਉਹ ਬੋਲਦੇ ਨੇ ਸਿਰਫ ਮਿਸ਼ਨਰੀ ਵਾਲਿਆਂ ਵੱਲੋਂ, ਹੋਰ ਨਹੀਂ ਬੋਲਦਾ ਕੋਈ। ਇਹ ਸ਼ਾਇਦ ਸੰਤਾਂ ਨੂੰ ਪਤਾ ਵੀ ਬਿੱਛੂ ਨਹੀਂ ਛੱਡੀਦੇ ਹੁੰਦੇ, ਬਿੱਛੂ ਦਾ ਇਲਾਜ ਹੈਗਾ ਕਹਾਂ। ਲਸ਼ਟਕਾ ਵੀ ਜਿਹੜਾ ਖਾ ਗਿਆ ਸੱਪ ਨੂੰ, ਉਹ ਬਿੱਛੂ ਨੂੰ ਛੱਡੂਗਾ? ਸੱਪ ਨੂੰ ਖਾਣਾ ਹੀ ਪੈਂਦਾ, ਸੱਪ ਨੂੰ ਲਾਠੀ ਨਾਲ ਨਹੀਂ ਮਾਰਨਾ ਪੈਂਦਾ, ਲਾਠੀ ਨਾਲ ਨਹੀਂ ਮਾਰੀਦਾ ਹੁੰਦਾ ਸੱਪ। ਹਾਂ, ਸੱਪ ਦਾ ਇਲਾਜ ਹੋਰ ਹੈ। ਸੱਪ ਇਹਦੇ ਤੇ ਮੋਰ ਤਿਆਰ ਗਰੜ ਦਾ ਹੀ ਕਾਬੂ ਹੁੰਦਾ। ਉਹਦਾ ਭੱਜ ਗਏ ਨਾਗਣ ਦਾ ਰਾਹ ਭੱਜ ਕੇ ਗਰੜ ਖਾਂਦਾ ਹੀ ਆ। ਹਾਂ, ਜੇ ਸੱਪ ਨੂੰ ਮਾਰ ਕੇ ਬਾਹਰ ਛੱਡ ਦਈਏ, ਜਿਹਦੇ ਸੱਪ ਦੀ ਹੱਡੀ ਵੀ ਵੜ ਜਾ, ਉਹਦਾ ਜ਼ਖਮ ਨਹੀਂ ਰਾਜੀ ਹੁੰਦਾ। ਜੇ ਹੱਡੀ ਵੀ ਚੁੱਭ ਜਾ ਕਿਤੇ, ਇਹ ਬਾਹਰ ਨਹੀਂ ਛੱਡੀਦਾ ਹੁੰਦਾ ਸੱਪ, ਇਹ ਖਾ ਜਾਈਦਾ ਹੁੰਦਾ। ਬਿੱਛੂਆਂ ਦਾ ਕੀ ਹੋਇਆ? ਬਿੱਛੂਆਂ ਦੇ ਡਾਂਗ। ਲਸ਼ਟਕਾ ਅਸਤਰ ਤਬ ਛੋਰਾ। ਉਹ ਜਿਹੜੇ ਮੁੰਡੇ ਇੰਟਰ ਤੇ ਬੈਠੇ ਨੇ ਇੰਟਰਨੈਟ ਤੇ, ਉਹ ਲਾਠੀ ਹੋਈ ਆ ਸਾਡੀ ਦੂਰ, ਲਾਠੀ ਦੂਰ ਸੇ ਜਾਂਦੀ ਆ ਨਾ, ਹੱਥ 'ਚ ਆਪਣੇ ਹੁੰਦੀ ਆ ਲਾਠੀ ਦਾ ਸਿਰਾ ਪੈਂਦਾ ਸਿਰ 'ਚ। ਉਹ ਮੁੰਡੇ ਉੱਥੋਂ ਹੀ ਇੱਥੋਂ ਲੈ ਕੇ ਉੱਥੇ ਹੀ ਚਾਹੇ ਸਾਤੋਂ ਹੀ ਪੁੱਛਦੇ ਨੇ, ਉਹ ਪਰ ਲਾਠੀ ਦਾ ਸਿਰਾ ਪਹਿਲਾਂ ਉਹੀ ਹੈ, ਉਹ ਉੱਥੇ ਹੀ ਠੱਪ ਦਿੰਦੇ ਨੇ ਬਿੱਛੂ ਤੇ। ਸਾਬੀ ਡਾਂਗ ਅਠੂ ਹਣ ਤੋਰਾ। ਬਸ ਡੰਗ ਤੋੜਦੇ ਨੇ, ਡੰਗ ਤੇ ਮਾਰਦੇ ਨੇ ਉਹ ਲਾਠੀ। ਡਾਂਗ ਅਠੂ ਹਣ ਤੋਰਾ, ਉਹਨਾਂ ਦੇ ਡੰਗੇ ਤੋੜ ਦਿੰਦੇ ਨੇ, ਠੂਏ ਨੂੰ ਮਾਰਨ ਦੀ ਲੋੜ ਨਹੀਂ ਹੈ, ਡੰਗ ਤੋੜ ਦੋ ਫਿਰ ਜਾ। ਜੋ ਗੱਲ ਕਹੀ ਉਹ ਫੜ ਕੇ ਤੋੜਤੀ, ਜਾ ਭੱਜ। ਹਾਂ, ਸ਼ਸਤਰ ਅਸਤਰ ਅਸ ਅਸੁਰ ਚਲਾਏ। ऐसे शस्त्र अस्त्र असुरा ने चलाए, शस्त्र अस्त्र बहुत सारे चलाए, ਖੜਗ धुएं भी पैदा ਕੀਤੇ, ਹੋਰ ਵੀ ਕਈ ਕੁਛ ਕੀਤਾ। ਖੜਗ ਕੇਤ ਪਰ ਕਛੂ ਨਾ ਬਸਾਏ। ਪਰ ਖੜਕ ਕੇ ਤੇ ਕੁਛ ਨਹੀਂ ਹੋਇਆ ਉਹਨਾਂ ਦਾ ਅਸਰ। ਜਿਵੇਂ ਇਹਨਾਂ ਨੇ ਉੱਥੇ ਪੁਲਿਸ ਵਾਲਿਆਂ ਨੇ ਲਿਖਿਆ ਸੀ, ਸਾਡੇ ਤੇ ਕੀ ਅਸਰ ਹੋਇਆ? ਕੁਛ ਵੀ। ਕ੍ਰਾਈਮ ਵਾਲਿਆਂ ਦੇ, ਸਾਈਬਰ ਕ੍ਰਾਈਮ, ਸਾਈਬਰ ਵਾਲਿਆਂ ਤੇ ਕੀ ਚਲਾਇਆ ਸੀ ਨਾ ਅਸਰ, ਅਕਾਲ ਤਖਤ ਵਾਲਿਆਂ ਤੇ ਚਲਾਇਆ ਅਸਰ, ਸਾਡੇ ਤੇ ਕੀ? ਕੋਈ ਵੀ ਨਹੀਂ। ਕੀ ਅਸਰ ਹੋਣਾ ਸੀ ਸਾਡੇ? ਐਸੇ ਉਹਨਾਂ ਨੇ ਬਾਹਰ ਕੀਤੇ, ਰਾਖਸ਼ਾਂ ਨੇ, ਉਹਨਾਂ ਨੇ ਹੀ ਕਰ ਰਹੇ ਤੇ ਬਾਹਰ, ਜਿਨ੍ਹਾਂ ਨੇ ਸਾਰਾ ਕੁਛ ਇਹ ਬੇੜੀਆਂ 'ਚ ਵੱਟੇ ਪਾਏ ਤੇ ਉਹੀ ਜ਼ਿਆਦਾ ਪਰੇਸ਼ਾਨ ਨੇ, ਮਿਸਲੀ ਵਾਲੇ ਹੀ। ਇਹੀ ਨੇ ਉਹਨਾਂ ਦੀ ਔਲਾਦ ਜਿਹੜੇ ਪੰਜਵੇਂ ਪਾਤਸ਼ਾਹ ਨੂੰ ਤਵੀ ਤੇ ਬਿਠਾਲਿਆ, ਉਹ ਖਾਨਦਾਨ ਚੋਂ ਨੇ ਇਹ। ਜਸਪਤ ਲਖਪਤ ਹੋਇਆ, ਇਹ ਉਸ ਖਾਨਦਾਨ ਦੇ ਨੇ ਸਾਰੇ ਬੰਦੇ। ਹੁਣ ਉਹਨਾਂ ਨੇ ਤਾਂ 12 ਬਣਾਈਆਂ ਨੇ, ਇਹ 12 ਦਾ ਹੀ ਪ੍ਰਚਾਰ ਕਰਦੇ ਨੇ। ਇਹਨਾਂ ਨੇ ਤਾਂ ਠੇਕਾ ਹੀ ਲਿਆ ਹੋਇਆ ਸੀ 10 ਮੁਰਾਂ ਦੇ ਖਿਲਾਫ, ਔਰ ਫਿਰ ਇਹਨਾਂ ਨੇ ਆਤੇ ਆ ਜਾਣਾ। ਤਾਂ ਆਦ ਵਿੱਚ ਆਹ ਗੱਲ ਜੀ, ਆਦ ਵਿੱਚ ਉਹ ਗੱਲ ਨਹੀਂ ਠੀਕ ਹੈ ਜੀ, ਇਹ ਵੀ ਕੱਢ ਦਿਓ, ਉਹ ਵੀ ਕੱਢ ਦਿਓ। ਬਹੁਤ ਵੱਡਾ ਪਲਾਨ ਸੀ ਇਹਨਾਂ ਦਾ ਵੀ, ਬਿਲਕੁਲ ਖਤਮ ਕਰ ਦਈਏ ਸਿੱਖੀ ਨੂੰ। ਖਤਮ ਆਪੇ ਹੋ ਗਏ, ਆਪੇ ਖਤਮ ਹੋ ਗਏ। ਆ ਨਹੀਂ ਪੜਿਆ ਸੀ ਨਾ, ਪਹਿਲਾਂ ਇੰਤਜ਼ਾਮ ਬਹੁਤ ਤਕੜਾ ਹੋਇਆ ਸੀ। ਸਿੱਖੀ ਦੀ ਜੜ ਤਾਂ ਬਹੁਤ ਗਹਿਰੀ ਸੀ, ਇਹਨਾਂ ਨੂੰ ਕੀ ਪਤਾ, ਇਹ ਕੀ ਜਾਣਨ ਵੀ ਉਹ ਜੜ ਕਿੰਨੀ ਗਹਿਰੀ ਹੈ ਇਹਦੀ, ਇਹ ਕੀ ਜਾਣਨ ਵਿਚਾਰੇ। ਜੇ ਚੁੱਪ ਸੀ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਹੁਣ ਰੱਬ ਹੈ ਹੀ ਨਹੀਂ। ਜੇ ਪਰਮੇਸ਼ਰ ਚੁੱਪ ਹੈ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈ ਹੀ ਨਹੀਂ। ਜੇ ਅੰਦਰ ਹੈ ਸਭ ਦੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਹੀ ਨਹੀਂ। ਇਹਨਾਂ ਨੇ ਮੰਨ ਲਿਆ ਹੁਣ ਹੈ ਹੀ ਨਹੀਂ, ਉਹ ਸੱਚ ਨਹੀਂ ਹੈ, ਅਸੀਂ ਹੋਈ ਹਾਂ ਬਸ। ਉਹਦੀ ਡਾਂਗ ਕਿੱਥੇ ਤੇ ਫਿਰਦੀ ਆ, ਡਾਂਗ ਦਾ ਨਹੀਂ ਸੀ ਪਤਾ। ਰਾਮਚੰਦਰ ਦੀ ਲਸ਼ਟਕਾ ਹੈ, ਕਿੱਥੇ ਤੇ ਉਹ ਲੰਬੀ, ਉਹ ਲਸ਼ਟਕਾ ਰਾਮਚੰਦਰ ਦੀ ਆ, ਉਹ ਲਸ਼ਟਕਾ ਇਹ ਗਿਆਨ ਦੀ ਲਸ਼ਟਕਾ ਹੀ ਹੈ। ਜਿੱਥੇ ਤੱਕ ਗਿਆਨ ਦੀ ਰੋਸ਼ਨੀ ਜਾ ਰਹੀ ਹੈ, ਉੱਥੇ ਤੱਕ ਠੂਆ ਨਹੀਂ ਰਹਿਣ ਦੇਣਾ। ਜਿੱਥੇ ਤੱਕ ਗਿਆਨ ਦੀ ਰੋਸ਼ਨੀ ਜਾ ਰਹੀ ਹੈ, ਉੱਡੀ ਬੜੀ ਉਹ ਲਸ਼ਟਕਾ ਹੈ। ਠੂਆ ਉੱਥੇ ਕਿੱਥੇ ਜਾਊ? ਬੋਲਣ ਵਾਲੇ ਉੱਥੇ ਵੀ ਬੈਠੇ ਨੇ। ਜੇ ਇਹ ਗੁਰੂ ਦੇ ਵਿਰੋਧੀ ਬੈਠੇ ਨੇ ਤਾਂ ਗੁਰੂ ਵਾਲੇ ਵੀ ਨਾਲੇ ਬੈਠੇ ਨੇ। ਜੇ ਠੂਏ ਬੈਠੇ ਨੇ, ਠੂਇਆਂ ਦੇ ਉੱਤੇ ਲਾਠੀ ਪੈਣ ਵਾਲੀ ਵੀ ਉੱਥੇ ਨੇੜੇ ਹੀ ਬੈਠੀ ਆ ਉਹਨਾਂ ਦੇ। ਲਾਠੀ ਇੱਕ ਬਥੇਰੀ ਆ, ਠੂਆ ਚਾਹੇ 10,000 ਹੋਵੇ, ਲਾਠੀਆਂ ਨਹੀਂ ਵਾਰ ਇੱਕ ਠੂਆ ਮਾਰ ਕੇ ਦੂਈ ਲਾਠੀ ਨਹੀਂ ਬਦਲੀ ਦੀ ਹੁੰਦੀ। ਲਾਠੀ ਦੀ ਕੀ ਲੋੜ ਹੈ ਬਦਲਣ ਦੀ? ਇੱਕੋ ਬਥੇਰੀ ਹੈ ਲਾਠੀ, ਇੱਕੋ ਬਥੇਰੀ ਹੈ। ਠੂਏ ਜਿੰਨੇ ਮਰਜ਼ੀ ਹੋਣ,
ਅਸਤਰਨ ਸਾਧ ਅਸਤਰ ਬਹੁ ਛੇ ਜਾਕੋ ਲਗੇ ਲੀਨ ਤੇ ਭਏ। ਇਹ ਅਸਰਾਂ ਦਾ ਜਵਾਬ ਅਸਰਾਂ ਨਾਲ ਵੀ ਦਿੱਤਾ, ਗਿਆਨ ਦਾ ਜਵਾਬ ਗਿਆਨ ਨਾਲ ਵੀ ਦਿੱਤਾ। ਪਰ ਜਿਹਨੂੰ ਲੱਗ ਜਾਂਦਾ ਸੀ ਨਾ, ਜਾਕੋ ਲਗੇ ਜਿਹੜਾ ਗਿਆਨ ਦੀ ਗੱਲ ਕਰਦਾ ਸੀ, ਵਿਰੋਧੀਆਂ ਜਿਹੜਾ ਗਿਆਨ ਦੀ ਗੱਲ ਕਰਦਾ, ਜਿਹਨੂੰ ਲੱਗ ਜਾਂਦਾ ਸੀ ਉਹ ਲੀਨ ਹੋ ਜਾਂਦਾ, ਉਹ ਇਸੇ ਧੜੇ ਜਾ ਜਾਂਦਾ ਸੀ, ਉਹ ਮੰਨ ਲੈਂਦਾ ਸੀ। ਇਹਨਾਂ ਚੋਂ ਵੀ ਅਨੇਕ ਆਦਮੀ ਮੰਨ ਕੇ ਆ ਗਏ। ਹੁਣ ਜਾਚਕਾ ਨਹੀਂ ਗਿਆ, ਜਾਚਕਾ ਆਇਆ ਹੀ ਹੈ, ਅਕਾਲ ਤਖਤ ਮੰਨ ਕੇ ਹੀ ਆਇਆ। ਉਹ ਤਾਂ ਚਾਹੁੰਦਾ ਸੀ ਸਾਰੇ ਹੀ ਆ ਜਾਣ, ਪਰ ਨਹੀਂ ਆਏ, ਨਾਲ ਦੇ ਠਹਿਰ ਕੇ ਆ ਜਾਣਗੇ। ਲੀਨ ਹਵੈ ਗਏ ਅਸਤਰ ਨਿਹਾਰੇ ਹਾਏ ਹਾਏ ਕਰ ਅਸੁਰ ਪੁਕਾਰੇ। ਜਿੰਨੇ ਆਦਮੀ ਉਹਨਾਂ ਦੇ ਲੀਨ ਦੂਏ ਪਾਸੇ ਆ ਜਾਂਦੇ ਨੇ, ਸੱਚ ਵਾਲੇ ਪਾਸੇ ਆ ਜਾਂਦੇ ਨੇ। ਹਾਏ ਹਾਏ ਕਰ ਅਸੁਰ ਪੁਕਾਰੇ। ਜਿਹੜੇ ਦੂਏ ਆਉਂਦੇ ਹੈ ਤੋਬਾ ਮੱਚ ਜਾਂਦੀ ਹੈ ਵੀ ਉਹ ਵੀ ਗਿਆ, ਵੀ ਛੱਡ ਗਿਆ ਆਪਾਂ ਨੂੰ, ਉਹ ਵੀ ਗਿਆ ਛੱਡ ਗਿਆ ਆਪਾਂ ਨੂੰ। ਉਹਨਾਂ ਦੇ ਘਰ ਹੈ ਕਲਾ ਮੱਚ ਜਾਂਦਾ। ਜਿੰਨੇ ਅਸਲ ਦੇ ਪ੍ਰਹਾਰ ਨਾਲ ਲੀਨ ਹੋਈ ਜਾਂਦੇ ਨੇ ਬੰਦੇ, ਦੂਏ ਪਾਸੇ ਆਈ ਜਾਂਦੇ ਨੇ, ਸੱਚ ਨੂੰ ਮੰਨੀ ਜਾਂਦੇ ਨੇ, ਗੁਰੂ ਵਾਲੇ ਪਾਸੇ ਆਈ ਜਾਂਦੇ ਨੇ। ਜਿਨ੍ਹਾਂ ਨੂੰ ਭੁਲੇਖਾ ਉਹਦਾ ਗੁਰੂ ਵਾਲੇ ਪਾਸੇ ਆ ਜਾਣਗੇ। ਜਿਨ੍ਹਾਂ ਨੇ ਭੁਲੇਖਾ ਪਾਉਣ ਦਾ ਠੇਕਾ ਲਿਆ ਉਹਨਾਂ ਨੇ ਨਹੀਂ ਆਉਣਾ। ਇੱਕ ਭੁਲੇਖਾ ਪਾਉਣ ਵਾਲੇ ਨੇ, ਇੱਕ ਭੁਲੇਖਾ ਖਾਣ ਵਾਲੇ ਨੇ। ਜਿਹੜਾ ਧੋਖਾ ਖਾਧਾ ਹੋਇਆ ਜੀ ਤਾਂ ਉਹ ਤਾਂ ਆ ਜਾਊਗਾ, ਜਿਹੜਾ ਭੁਲੇਖਾ ਪਾਊ ਹੈ ਉਹਨੇ ਨਹੀਂ ਆਉਣਾ। ਭੁਲੇਖਾ ਪਾਉਣ ਵਾਲੇ ਨੇ ਨਹੀਂ ਆਉਣਾ। ਹਾਂ, ਮਹਾਮੂੜ ਫਿਰ ਕੋਪ ਵਢਾਈ ਪੁਨ ਅਸਤੁ ਤਨ ਕਰੀ ਲੜਾਈ। ਮਹਾਮੂੜ ਨੇ ਕੋਪ ਕਰ ਲਿਆ। ਮਹਾਮੂਰਖ ਰਹਿ ਗਏ ਉਹ, ਜਿਹੜੇ ਪਿੱਛੇ ਰਹਿ ਗਏ। ਫਿਰ ਕੋਪ ਹੁਣ ਵਢਾਈ। ਮਹਾਮੂੜੇ ਬਚਣਗੇ ਪਿੱਛੇ। ਦੇਖੋ ਮਹਾਮੂੜ ਲਫ਼ਜ਼ ਆ ਗਿਆ ਉਹਨਾਂ ਵਾਸਤੇ। ਮਹਾਮੂੜ ਜਿਹੜੇ ਉਹਨਾਂ ਜੋ ਅਸਰ ਦਾ ਜਵਾਬ ਲੈ ਕੇ ਗਿਆਨ ਦੇ ਨਾਲ, ਗਿਆਨ ਉਹਨਾਂ ਦਾ ਕੱਟਿਆ ਗਿਆ, ਸਾਬਤ ਹੋ ਗਿਆ ਵੀ ਤੁਹਾਡੇ ਵਾਲਾ ਗਿਆਨ ਗਲਤ ਹੈ, ਆਹੀ ਠੀਕ ਹੈ, ਉਹ ਤਾਂ ਇੱਧਰ ਆ ਗਏ। ਦੇਖੋ ਜੇ ਤਾਂ ਹੁੰਦੇ ਕੋਈ ਹੋਰ ਧਰਮ ਵਾਲੇ, ਮੁਸਲਮਾਨ ਹੁੰਦੇ, ਈਸਾਈ ਹੁੰਦੇ, ਹਿੰਦੂ ਹੁੰਦੇ, ਨਾ ਹੁੰਦੇ, ਕਹਾਉਂਦੇ ਸਿੱਖ ਨੇ ਖੜੇ ਸਿੱਖੀ ਦੇ ਖਿਲਾਫ ਨੇ, ਇਹਨਾਂ ਦਾ ਕੀ ਬਣੂ? ਇਹ ਪਹਿਲੀ ਵਾਰ ਹੈ ਲੜਾਈ। ਇਹ ਪਰ ਪਹਿਲੀ ਵਾਰ ਨਹੀਂ ਹੈ, ਗੁਰੂ ਨਾਨਕ ਵੇਲੇ ਦੀ ਹੋਈ ਹੈ। ਸ੍ਰੀ ਚੰਦ ਦੀ ਖੜਾ ਪਰਲੇ ਪਾਸੇ ਖੜਾ ਹੀ ਰਿਹਾ, ਰਾਮ ਰਾਣੀ ਦੀ ਖੜਾ ਦੂਏ ਧੜੇ ਚ ਖੜਾ ਹੀ ਰਿਹਾ, ਮੀਲੇ ਦੀ ਖੜੇ ਹੀ ਰਹੇ ਨੇ, ਦਾਤੂ ਦਾਸੂ ਦੀ ਸੀ ਖੜੇ ਹੀ ਰਹੇ ਨੇ। ਮੇਰ ਚ ਜਿਹੜੀ ਮੇਰੀ ਹੈ ਉਹਦੀ ਸੀ ਖੜਾ ਹੀ ਰਿਹਾ। ਮੋਹਣੀ ਨੇ ਬਾਣੀ ਦੀ ਰਚੀ, ਖੜਾ ਹੀ ਰਿਹਾ। ਮੋਹਣੀ ਹਨਮੁਖ ਹੋਇਆ, ਮੋਹਣੀ ਦਾ ਅੜੇ ਹੀ ਰਿਹਾ। ਪਰ ਐ ਚਰਚਾ ਨਹੀਂ ਹੋਈ ਜਿਵੇਂ ਹੁਣ ਚਰਚਾ ਹੋਈ ਹੈ। ਚੁੱਪ ਪ੍ਰਚਾਰ ਉਹ ਕਰੀ ਗਏ ਨੇ, ਚੁੱਪ ਗੁਰੂ ਕਰੀ। ਗੁਰੂ ਘਰ ਦੇ ਇਸ਼ਾਰੇ ਜ਼ਰੂਰ ਕੀਤੇ ਹੋਏ ਨੇ ਵਿੱਚ, ਵੀ ਉਹਨਾਂ ਦੇ ਬੰਦੇ ਇੱਧਰ ਆ ਬਹਿੰਦੇ ਨੇ, ਵਲ ਛੜ ਕਰ ਝੱਟ ਕੱਢਦੇ, ਕੂੜਿਆ ਜਾਏ ਬਹਿ ਕੂੜਿਆਰਾਂ ਪਾਸ। ਉਹ ਗੱਲ ਦੂਈ ਸੰਗਤ ਆਦਮੀ ਜਾਣ ਕੇ ਆ ਕੇ ਬਹਿੰਦਾ ਸੀ। ਆ ਤਾਂ ਬਹਿੰਦੇ ਨੇ ਕੂੜਿਆਰਾਂ ਤੇ, ਕਹਿੰਦੇ ਸਾਡੇ ਸੰਗਤ ਦੇ ਵਿੱਚ, ਪਰ ਉਹਨਾਂ ਨੂੰ ਝੱਟ ਕੱਢਣੀ ਔਖੀ ਹੋ ਜਾਂਦੀ ਹੈ। ਉਹਨਾਂ ਨੂੰ ਬਰਦਾਸ਼ਤ ਨਹੀਂ ਇਹ ਸੱਚ ਹੈਗਾ। ਵਾਲ ਛਾਲ ਕਰਕੇ ਝੱਟ ਕੱਢਦੇ ਨੇ ਉਹ, ਜਿੰਨਾ ਚਿਰ ਸੁਣਦੇ ਨੇ, ਬਸ ਜਾਂਦੇ ਹੀ ਫਿਰ ਕੂੜਿਆਰਾਂ ਕੋ ਦੱਸਦੇ ਨੇ ਆਹ ਗੱਲ ਕਹੀ, ਉਹ ਕਹੀ, ਉਹ ਕਹੀ, ਉਹ ਕਹੀ। ਉਹਦੇ ਫਿਰ ਜਵਾਬ ਉਹ ਲੋਕਾਂ ਨੂੰ ਕਿਵੇਂ ਟਿਕਾਉਣਾ। ਖਤਰਾ ਰਹਿੰਦਾ ਸੀ ਉਹਨਾਂ ਨੂੰ ਵੀ ਲੋਕ ਸਾਡੇ ਨਾਲੋਂ ਉਧਰ ਨੂੰ ਚਲੇ ਜਾਣ। ਫਿਰ ਵਹਿਮ ਕਿਵੇਂ ਪਾਉਣਾ, ਉਹਦਾ ਕੀ ਜਵਾਬ ਦੇਣਾ, ਉਹ ਤਾਂ CID ਵਾਂਗੂ ਭੇਜਦੇ ਸੀ ਲੋਕਾਂ ਨੂੰ। ਪੁਨ ਅਸਤੁ ਤਨ ਕਰੀ ਲੜਾਈ। ਫਿਰ ਅਸ ਤੋਂ ਨਾ ਫੇਰ ਵੱਢ ਲਈ ਲੜਾਈ ਅੱਗੇ, ਅਜੇ ਲੜਾਈ ਛੱਡੀ ਨਹੀਂ ਇਹਨਾਂ ਨੇ। ਇਹ ਬਿਦ ਭਇਓ ਘੋਰ ਸੰਗਰਾਮਾ। ਇਸ ਤਰੀਕੇ ਨਾਲ ਘੋਰ ਸੰਗਰਾਮ ਸ਼ੁਰੂ ਹੋ ਗਿਆ। ਨਿਰਕਤ ਦੇਹ ਦਾਨ ਵੀ ਮਾਮਾ। ਨਿਰਕਤ ਘਰ ਖੜੀਆਂ ਦਾਨਵਾਂ ਦੀਆਂ ਔਰਤਾਂ ਵੀ ਦੇਖਦੀਆਂ ਨੇ, ਔਰਤਾਂ ਦੇਖਦੀਆਂ ਨੇ ਵੀ ਇਹ ਲੜਾਈ ਇਹ ਹਟਦੇ ਨਹੀਂ ਹਨ। ਦੇਖੋ ਕੀ ਹੁੰਦਾ। ਧੰਨੇ ਧੰਨੇ ਅਸਤੁਜ ਕੋ ਕਹੈ। ਅਸਤੁਜ ਦੀ ਤਾਂ ਧੰਨ ਧੰਨ ਕਹਿਣ ਲੱਗੇ, ਔਰਤਾਂ ਵੀ ਉਹਨਾਂ ਦੀਆਂ ਧੰਨ ਧੰਨ ਕਹਿੰਦੀਆਂ ਨੇ ਵੀ ਇਹ ਤਾਂ ਹੁਣ ਮੂਰਖ ਨੇ, ਨਹੀਂ ਹਟਦੇ। ਦਾਨਵ ਹੇਰ ਮੋਣ ਹੈ ਰਹੇ। ਦਾਨਵੇ ਗੱਲ ਦੇਖ ਕੇ ਚੁੱਪ ਕਰ ਜਾਂਦੇ ਨੇ, ਜਾਂ ਜਨਾਨੀਆਂ ਵੀ ਨਾਲ ਸਾਥ ਨਹੀਂ ਨਾ ਦਿੰਦੀਆਂ, ਦੇਖ ਕੇ ਮੋਹਨੇ ਹੋ ਜਾਂਦੇ ਨੇ, ਚੁੱਪੇ ਕਰ ਜਾਂਦੇ। ਦਾਨਵ ਹੇਰ ਮੋਣ ਹੈ ਰਹੇ। ਦੇਖ ਕੇ ਵੀ ਸਾਡੇ ਤਾਂ ਜਨਾਨੀਆਂ ਵੀ ਹੁਣ ਕਹਿਣ ਲੱਗ ਗਈਆਂ ਵੀ ਬਸ਼ਰਮੋ ਰਹਿਣ ਦੋ, ਹੁਣ ਇਹ ਥੋਤੇ ਨਹੀਂ ਜਿੱਤਣਾ, ਇਹ ਤੁਸੀਂ ਸਭ ਕੁਝ ਪਤਾ ਤਾਂ ਕਲੀਅਰ ਹੈ, ਕਿਉਂ ਜਿੱਦ ਕਰਦੇ ਹੋ? ਫਿਰ ਉਹਨਾਂ ਨੂੰ ਨਹੀਂ ਕੁਝ ਕਹਿੰਦੇ, ਚੁੱਪ ਹੋ ਜਾਂਦੇ। ਹਾਂ